ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਹੋਸਟ ਪੰਜਾਬ ਟੀਵੀ ਤੇ ਮੈਂ ਹਾਂ ਅਰਵਿੰਦਰ ਸਿੰਘ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਇੱਕ ਖਾਸ ਸ਼ਖਸੀਅਤ। ਇਸ ਪ੍ਰੋਗਰਾਮ ਦੇ ਜ਼ਰੀਏ ਜਿਵੇਂ ਅਸੀਂ ਅੱਗੇ ਵੀ ਕਈ ਖਾਸ ਸ਼ਖਸੀਅਤਾਂ ਨੂੰ ਰੂਬਰੂ ਕਰਵਾਉਂਦੇ ਹਾਂ, ਅਜਿਹੀਆਂ ਸ਼ਖਸੀਅਤਾਂ ਜਿਨ੍ਹਾਂ ਨੂੰ ਕਿਸੇ ਖਾਸ ਪਹਿਚਾਣ ਦੀ ਜ਼ਰੂਰਤ ਨਹੀਂ ਹੁੰਦੀ। ਸੋ ਅੱਜ ਅਸੀਂ ਮਿਲਾਵਾਂਗੇ ਡਾਕਟਰ ਜਸਬੀਰ ਸਿੰਘ ਜੀ ਨੂੰ। ਜੇਕਰ ਅਸੀਂ ਉਹਨਾਂ ਦੀ ਗੱਲ ਕਰੀਏ ਤਾਂ ਉਮਰ ਭਾਵੇਂ ਉਹਨਾਂ ਦੀ 62 ਸਾਲ ਦੀ ਹੈ, ਪਰ ਜਿਹੜਾ ਜੋਸ਼ ਹੈ ਉਹ 31 ਸਾਲਾਂ ਦਾ ਹੈ। ਤਾਂ ਉਹ ਮਿਲਵਾਉਂਦੇ ਹਾਂ ਡਾਕਟਰ ਜਸਬੀਰ ਸਿੰਘ ਜੀ ਨੂੰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸੋ ਇਹ ਨੇ ਡਾਕਟਰ ਜਸਬੀਰ ਸਿੰਘ ਜੀ, ਜੋ ਐਥਲੈਟਿਕ ਕੋਚ ਰਹੇ, ਉਸ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਜੁਆਇੰਟ ਡਾਇਰੈਕਟਰ ਵੀ ਰਹੇ, ਅਤੇ ਉਸ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਵੀ ਐਜ਼ ਏ ਡਾਇਰੈਕਟਰ ਕਲਿਆਣ ਪਿੰਡ ਦੇ ਵਿੱਚ ਜਿਹੜਾ ਫਿਜ਼ੀਕਲ ਕਾਲਜ ਹੈ ਉੱਥੇ ਇਹ ਐਜ਼ ਏ ਡਾਇਰੈਕਟਰ ਜਿਹੜੀ ਨੇ ਸੇਵਾਵਾਂ ਨਿਭਾ ਰਹੇ ਨੇ। ਸੋ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਤੋਂ ਇਹੀ ਜਾਣਨਾ ਚਾਹਾਂਗੇ, ਕਿਉਂਕਿ ਸਾਡੀ ਜਾਣਕਾਰੀ ਮੁਤਾਬਕ ਤੁਸੀਂ ਬੜਾ ਲੰਬਾ ਸਫ਼ਰ ਯੂਨੀਵਰਸਿਟੀ ਦੇ ਵਿੱਚ ਬਿਤਾਇਆ। ਤਕਰੀਬਨ ਸਾਡੀ ਜਾਣਕਾਰੀ ਮੁਤਾਬਕ 53 ਸਾਲ ਦਾ ਤੁਸੀਂ ਸਫ਼ਰ ਯੂਨੀਵਰਸਿਟੀ ਦੇ ਵਿੱਚ ਪੂਰਾ ਕੀਤਾ ਹੈ। ਹਾਂਜੀ। ਉਸ ਸਫ਼ਰ ਦੀ ਸ਼ੁਰੂਆਤ ਜਿਹੜੀ ਉਹ ਕਿਵੇਂ ਹੋਈ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੇਰਾ ਜਨਮ ਜਿਹੜਾ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੋਇਆ, ਔਰ ਉਸ ਤੋਂ ਬਾਅਦ ਸਾਡੇ ਪਿਤਾ ਜੀ ਜੋ ਕਿ ਇੱਥੇ ਪਟਿਆਲੇ ਦੇ ਵਿੱਚ ਫਿਜ਼ੀਕਲ ਕਾਲਜ ਵਿਖੇ DPEd ਔਰ MPEd ਦੀ ਡਿਗਰੀ ਕਰਨ ਵਾਸਤੇ ਆਏ ਸੀ। ਉਹ ਯੂਨੀਵਰਸਿਟੀ ਦੇ ਵਿੱਚੋਂ ਦੂਜੇ ਨੰਬਰ 'ਤੇ ਰਹੇ। ਪੜ੍ਹਾਈ ਦੇ ਵਿੱਚ ਹੁਸ਼ਿਆਰ ਹੁੰਦੇ ਹੋਏ ਉਹਨਾਂ ਨੂੰ ਨੌਕਰੀ ਵੀ ਪਟਿਆਲੇ ਹੀ ਮਿਲ ਗਈ। ਤਾਂ ਇਸ ਤਰੀਕੇ ਦੇ ਨਾਲ ਸਾਡਾ ਜਿਹੜਾ ਪਟਿਆਲੇ ਦਾ ਸਫ਼ਰ ਸੀ ਉਹ ਹੁਸ਼ਿਆਰਪੁਰ ਤੋਂ ਲੈ ਕੇ ਪਟਿਆਲੇ ਦਾ ਸਫ਼ਰ ਸ਼ੁਰੂ ਹੋਇਆ। ਅਤੇ ਸੰਨ 1965 ਦੇ ਵਿੱਚ ਅਸੀਂ ਪਟਿਆਲੇ ਆ ਕੇ ਅਤੇ ਲਹਿਲ ਦੇ ਵਿੱਚ ਸਭ ਤੋਂ ਪਹਿਲਾਂ ਰਿਹਾਇਸ਼ ਕੀਤੀ ਜੀ। ਲਹਿਲ ਕਲੋਨੀ ਦੇ ਵਿੱਚ ਕਿਰਾਏ ਦੇ ਮਕਾਨ 'ਤੇ ਰਹਿੰਦੇ ਸੀ। ਉਸ ਤੋਂ ਬਾਅਦ ਫਾਦਰ ਸਾਹਿਬ ਨੂੰ ਪੰਜਾਬੀ ਯੂਨੀਵਰਸਿਟੀ ਵਿਖੇ ਜਿਹੜੀ ਸੀ ਉਹ ਲੈਕਚਰਰ ਦੀ ਜੋਬ ਮਿਲ ਗਈ ਜੀ। ਅਤੇ ਇਸ ਤਰੀਕੇ ਦੇ ਨਾਲ ਸਾਡਾ ਪੰਜਾਬੀ ਯੂਨੀਵਰਸਿਟੀ ਦਾ ਸਫ਼ਰ ਸ਼ੁਰੂ ਹੋਇਆ ਜੀ। ਸੰਨ 1965 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਵਿਖੇ ਹੀ ਕੈਂਪਸ ਦੇ ਵਿੱਚ ਸਾਨੂੰ ਮਕਾਨ ਮਿਲ ਗਿਆ ਅਤੇ ਅਸੀਂ ਯੂਨੀਵਰਸਿਟੀ ਦੇ ਵਿੱਚ ਸ਼ਿਫਟ ਕਰ ਲਿਆ ਜੀ। ਯੂਨੀਵਰਸਿਟੀ ਦੇ ਵਿੱਚ ਹੀ ਮੇਰਾ ਬਚਪਨ ਬੀਤਿਆ, ਔਰ ਇੱਥੇ ਹੀ ਮੈਂ ਸਪੋਰਟਸ ਕੀਤੀ, ਪੜ੍ਹਾਈ ਕੀਤੀ। ਪੜ੍ਹਾਈ ਜਿਹੜੀ ਹੈਗੀ ਆ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਮੋਦੀ ਕਾਲਜ, ਮੁਲਤਾਨੀ ਮਲ ਮੋਦੀ ਡਿਗਰੀ ਕਾਲਜ ਤੋਂ BA ਕੀਤੀ। ਉਸ ਤੋਂ ਪਹਿਲਾਂ ਮੈਂ 10ਵੀਂ ਤੱਕ ਦੀ ਜਿਹੜੀ ਸਿੱਖਿਆ ਸੀ ਉਹ ਵੱਖੋ-ਵੱਖ ਸਕੂਲਾਂ ਦੇ ਵਿੱਚ ਕੀਤੀ, ਕਿਉਂਕਿ ਖੇਡਾਂ ਦੇ ਨਾਲ ਸੰਬੰਧਿਤ ਹੋਣ ਕਰਕੇ ਸਾਨੂੰ ਇੱਕ ਸਾਲ ਕੋਈ ਸਕੂਲ ਲੈ ਜਾਂਦਾ ਸੀ, ਦੂਜੇ ਸਾਲ ਦੂਜਾ ਸਕੂਲ। ਲੇਕਿਨ 10ਵੀਂ ਜਿਹੜੀ ਸੀਗੀ ਉਹ ਮੇਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਤੋਂ ਹੋਈ ਜੀ। ਉਸ ਤੋਂ ਬਾਅਦ BA ਜਿਹੜੀ ਸੀ ਉਹ ਮੁਲਤਾਨੀ ਮਲ ਡਿਗਰੀ ਕਾਲਜ ਤੋਂ ਮੈਂ 1979 ਦੇ ਵਿੱਚ ਕੰਪਲੀਟ ਕੀਤੀ ਜੀ। BA ਦੇ ਦੌਰਾਨ ਹੀ ਮੈਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਫੁੱਟਬਾਲ ਦੇ ਵਿੱਚ ਸਭ ਤੋਂ ਪਹਿਲਾਂ ਪਾਰਟੀਸਪੇਟ ਕੀਤਾ। ਇਸ ਦੇ ਨਾਲ ਹੀ ਉਸ ਤੋਂ ਬਾਅਦ ਮੈਂ ਕਾਲਜ ਦਾ ਬੈਸਟ ਐਥਲੀਟ ਬਣਿਆ, ਔਰ BA ਸੈਕੰਡ ਈਅਰ ਦੇ ਵਿੱਚ ਯਾਨੀ ਕਿ 1977-78 ਦੇ ਵਿੱਚ ਮੈਂ ਐਥਲੈਟਿਕਸ ਸ਼ੁਰੂ ਕੀਤੀ ਜੀ। ਔਰ 1979 ਦੇ ਵਿੱਚ BA ਫਾਈਨਲ ਦੇ ਵਿੱਚ ਜਦੋਂ ਮੈਂ ਸੀ, ਉਦੋਂ ਪੰਜਾਬੀ ਯੂਨੀਵਰਸਿਟੀ ਦਾ 10 ਸਾਲ ਪੁਰਾਣਾ ਮੈਂ 1500 ਮੀਟਰ ਦਾ ਰਿਕਾਰਡ ਬ੍ਰੇਕ ਕੀਤਾ ਜੀ, ਔਰ ਆਲ ਇੰਡੀਆ ਇੰਟਰ ਯੂਨੀਵਰਸਿਟੀ ਦੇ ਵਿੱਚ ਪਾਰਟੀਸਪੇਟ ਕੀਤਾ ਜੀ। ਇਸ ਦੇ ਨਾਲ ਹੀ ਮੈਂ ਇੱਥੇ ਇਹ ਵੀ ਦੱਸਣਾ ਚਾਹਾਂਗਾ ਕਿ ਉਸ ਵੇਲੇ ਹੈਂਡਬਾਲ ਦੀ ਗੇਮ ਜਿਹੜੀ ਸੀ ਉਹ ਸ਼ੁਰੂ ਹੋ ਚੁੱਕੀ ਸੀ ਜੀ। ਅਤੇ ਹੈਂਡਬਾਲ ਦੇ ਵਿੱਚ ਵੀ ਅਸੀਂ ਕਿਉਂਕਿ ਐਥਲੀਟ ਸੀਗੇ, ਫੁੱਟਬਾਲ ਵੀ ਖੇਡਦੇ ਸੀਗੇ, ਭੱਜਣ ਨੱਠਣ ਨੂੰ ਤਗੜੇ ਸੀ ਜੀ। ਤੋ ਸਾਡੀ ਹੈਂਡਬਾਲ ਦੇ ਵਿੱਚ ਵੀ ਪਟਿਆਲਾ ਜ਼ਿਲ੍ਹਾ ਦੇ ਵਿੱਚ ਚੋਣ ਕਰਕੇ ਅਤੇ ਅਸੀਂ ਪੰਜਾਬ ਸਟੇਟ ਹੈਂਡਬਾਲ ਪਹਿਲੇ ਮੇਰਾ ਖਿਆਲ ਮੇਰੀ ਸਮਝ ਮੁਤਾਬਕ ਪਹਿਲਾ ਜਾਂ ਦੂਜਾ ਟੂਰਨਾਮੈਂਟ ਅਸੀਂ ਸਮਰਾਲੇ ਵਿਖੇ ਖੇਡਿਆ ਜੀ, ਜਿੱਥੇ ਕਿ ਅਸੀਂ ਕਿਸੇ ਵੀ ਟੀਮ ਤੋਂ ਹਾਰੇ ਨਹੀਂ ਸੀ। ਲੇਕਿਨ ਗੋਲ ਐਵਰੇਜ ਦੇ ਵਿੱਚ ਲੁਧਿਆਣਾ ਜ਼ਿਲ੍ਹਾ ਜਿਹੜਾ ਉਹ ਪਹਿਲੇ ਨੰਬਰ 'ਤੇ ਰਿਹਾ, ਔਰ ਪਟਿਆਲਾ ਦੂਜੇ ਨੰਬਰ 'ਤੇ ਜੀ।
ਤੇ ਇਸ ਦੇ ਨਾਲ ਹੀ BA ਕੰਪਲੀਟ ਕਰਨ ਤੋਂ ਬਾਅਦ ਮੈਂ ਗਵਰਨਮੈਂਟ ਕਾਲਜ ਫਿਜ਼ੀਕਲ ਐਜੂਕੇਸ਼ਨ ਪਟਿਆਲਾ ਜਿਹੜਾ ਉੱਥੇ DPEd ਜੋ ਕਿ ਜਿਸ ਨੂੰ ਅੱਜ ਕੱਲ੍ਹ BPEd ਕਿਹਾ ਜਾਂਦਾ ਜੀ 2 ਸਾਲਾ ਕੋਰਸ ਦੇ ਵਿੱਚ ਦਾਖਲਾ ਲਿਆ। ਉਸ ਤੋਂ ਬਾਅਦ ਜਿਹੜਾ ਸੀਗਾ ਮੈਂ MPEd ਕੀਤੀ 81 ਦੇ ਵਿੱਚ ਜੀ 1981 ਵਿੱਚ MPEd ਕਰਨ ਤੋਂ ਬਾਅਦ 1982 ਦੇ ਵਿੱਚ ਮੈਂ NIS ਜਿਹੜਾ ਕੋਚਿੰਗ ਡਿਪਲੋਮਾ ਹੈ ਐਥਲੈਟਿਕਸ ਦਾ ਜੀ ਉਹ ਕੀਤਾ ਔਰ ਕੋਚਿੰਗ ਡਿਪਲੋਮਾ ਪਾਸ ਕਰਨ ਤੋਂ ਬਾਅਦ ਫਿਰ ਮੇਰੇ ਕੋਲ ਕੁਝ ਸਮਾਂ ਸੀ ਕਿਉਂਕਿ ਉਸ ਵਕਤ ਨੌਕਰੀ ਨਹੀਂ ਸੀ ਮਿਲੀ ਔਰ ਮੈਂ 1982-83 ਦੇ ਸੈਸ਼ਨ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੈਚਲਰ ਆਫ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੀ ਡਿਗਰੀ ਵੀ ਹਾਸਲ ਕੀਤੀ ਜੀ। ਉਸ ਦੇ ਤੋਂ 1983 ਤੋਂ ਬਾਅਦ ਅਕਤੂਬਰ 1983 ਦੇ ਵਿੱਚ ਜੀ ਮੈਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਐਜ਼ ਐਥਲੈਟਿਕ ਕੋਚ ਵਜੋਂ ਨੌਕਰੀ ਮਿਲ ਗਈ ਜੀ ਜੋ ਕਿ ਪਰਮਾਨੈਂਟ ਸੀ ਜੀ ਤੇ 1983 ਤੋਂ ਲੈ ਕੇ ਤੇ ਅਗਸਤ 2018 ਤੱਕ ਜੀ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਤੌਰ ਐਥਲੈਟਿਕ ਕੋਚ ਸੇਵਾਵਾਂ ਨਿਭਾਈਆਂ ਜੀ। ਇਸ ਦੇ ਦੌਰਾਨ ਹੀ ਮੈਂ ਆਪਣੇ ਹੀ ਡਿਪਾਰਟਮੈਂਟ ਦੇ ਵਿੱਚ ਜੁਆਇੰਟ ਡਾਇਰੈਕਟਰ ਸਪੋਰਟਸ ਵਜੋਂ ਵੀ ਸੇਵਾਵਾਂ ਨਿਭਾਈਆਂ 2004-05 ਦੇ ਵਿੱਚ ਔਰ ਉਸ ਤੋਂ ਬਾਅਦ ਰਿਟਾਇਰਮੈਂਟ ਤੋਂ ਪਹਿਲਾਂ ਵੀ ਪੰਜਾਬੀ ਯੂਨੀਵਰਸਿਟੀ ਨੇ ਮੈਨੂੰ ਜੁਆਇੰਟ ਡਾਇਰੈਕਟਰ ਸਪੋਰਟਸ ਦੇ ਅਹੁਦੇ ਉੱਤੇ ਕੰਮ ਕਰਨ ਦਾ ਮੌਕਾ ਦਿੱਤਾ ਜੀ ਤੇ 31 ਅਗਸਤ 2018 ਦੇ ਵਿੱਚ ਮੈਂ ਰਿਟਾਇਰ ਹੋ ਗਿਆ ਜੀ। ਤੋ ਇਸ ਤਰੀਕੇ ਦੇ ਨਾਲ 1965 ਤੋਂ ਲੈ ਕੇ ਤੇ 2018 ਤੱਕ ਜੀ ਮੇਰੀ ਜ਼ਿੰਦਗੀ ਦੇ ਤਕਰੀਬਨ 53 ਸਾਲ ਜੀ ਜਿਹੜੇ ਸੀਗੇ ਉਹ ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਬਿਤਾਏ ਜਦੋਂ ਕਿ ਮੇਰੀ ਹੁਣ ਇਸ ਵੇਲੇ ਉਮਰ 62 ਸਾਲ ਹੈ ਜੀ। ਅਗਸਤ 2021 ਦੇ ਵਿੱਚ ਮੈਂ 63 ਸਾਲ ਦਾ ਹੋਊਂਗਾ ਜੀ। ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਤੁਹਾਡੇ ਫਾਦਰ ਜਿਹੜੇ ਸੀ ਉਹ ਖੇਡਾਂ ਨਾਲ ਜੁੜੇ ਹੋਏ ਸੀ ਤਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਤੁਹਾਨੂੰ ਜਿਹੜੀ ਗੁੜਤੀ ਹੈ ਖੇਡਾਂ ਦੀ ਹੈ ਘਰੋਂ ਹੀ ਮਿਲੀ ਹੈ। ਹਾਂਜੀ ਸਾਡੇ ਫਾਦਰ ਸਾਹਿਬ ਫੁੱਟਬਾਲ ਖੇਡਣ ਦੇ ਸ਼ੌਕੀਨ ਸਨ ਔਰ ਉਹਨਾਂ ਨੇ ਫੁੱਟਬਾਲ ਦੇ ਵਿੱਚ ਲੈਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਉਹਨਾਂ ਨੇ BA ਕੀਤੀ ਔਰ ਆਪਣੇ ਸਮੇਂ ਦੇ ਵਿੱਚ ਕਾਫੀ ਅੱਛੇ ਜਿਹੜੇ ਫੁੱਟਬਾਲ ਦੇ ਪਲੇਅਰ ਰਹੇ ਉਹ ਔਰ ਉਹਨਾਂ ਤੋਂ ਹੀ ਸਾਨੂੰ ਇਹ ਖੇਡਾਂ ਦੇ ਵਿੱਚ ਅੱਗੇ ਵਧਣ ਦਾ ਮੌਕਾ ਮਿਲਿਆ, ਪ੍ਰੇਰਨਾ ਮਿਲੀ ਜੀ, ਜਿਸ ਕਰਕੇ ਮੈਂ ਵੀ ਆਪਣੀ ਜੋ ਜ਼ਿੰਦਗੀ ਦੀ ਸ਼ੁਰੂਆਤ ਸੀ ਉਹ ਖੇਡਾਂ ਦੇ ਵਿੱਚ ਭਾਗ ਲੈਂਦੇ ਹੋਏ ਸ਼ੁਰੂਆਤ ਕੀਤੀ ਜੀ। ਜਸਵੀਰ ਸਿੰਘ ਜੀ, ਇੱਕ ਬੜਾ ਵੱਡਾ ਸਵਾਲ ਹੈ ਕਿ ਜਦੋਂ ਤੁਸੀਂ ਸ਼ੁਰੂਆਤ ਕੀਤੀ ਫੁੱਟਬਾਲ ਜਾਂ ਹਾਕੀ ਕਿਸੇ ਇਸ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਤਾਂ ਇਸ ਸਾਰਿਆਂ ਦੇ ਵਿੱਚ ਇਹ ਦੌੜ ਲਗਾਉਣੀ ਕਿਵੇਂ ਰਿਹਾ ਵੀ ਉਹ ਗੇਮਾਂ ਛੱਡ ਕੇ ਮੈਂ ਇਹ ਵਾਲੀ ਗੇਮ ਕਰਨੀ ਹੈ? ਇਸ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਜਿਹੜੀ ਸੀ ਹਾਕੀ ਦੀ ਗੇਮ ਤੋਂ ਸ਼ੁਰੂ ਕੀਤਾ ਸੀ। ਸਾਡੇ ਫਾਦਰ ਸਾਹਿਬ ਫਿਜ਼ੀਕਲ ਐਜੂਕੇਸ਼ਨ ਲੈਕਚਰਰ ਹੋਣ ਦੇ ਨਾਤੇ ਜੀ ਇਹਨਾਂ ਦੇ ਕੋਲ ਕੈਂਪਸ ਸਪੋਰਟਸ ਦਾ ਚਾਰਜ ਵੀ ਸੀਗਾ ਜੀ। ਸੋ ਜਿੱਥੇ ਕਿ ਇੱਕ ਸਟੋਰ ਕੀਪਰ ਦੇ ਵਜੋਂ ਕੰਮ ਕਰਦੇ ਸਨ ਸ਼੍ਰੀ ਲਾਲਾ ਲਾਜਪਤ ਰਾਏ ਜੀ, ਉਹ ਅੱਜ ਕੱਲ੍ਹ ਇਸ ਦੁਨੀਆ ਵਿੱਚ ਨਹੀਂ ਹਨ। ਉਹ ਹਾਕੀ ਦੇ ਵਿੱਚ ਔਰ ਫੁੱਟਬਾਲ ਦੋਵਾਂ ਦੇ ਵਿੱਚ ਹੀ ਇੰਟਰਨੈਸ਼ਨਲ ਪਲੇਅਰਸ ਰਹੇ ਜੀ ਉਹਨਾਂ ਦੇ ਦੱਸਣ ਦੇ ਮੁਤਾਬਿਕ ਜੀ। ਤੇ ਮੈਂ ਹਾਕੀ ਤੋਂ ਸ਼ੁਰੂ ਕੀਤਾ, ਲੇਕਿਨ ਹਾਕੀ ਦੇ ਵਿੱਚ ਫਿਰ ਇੱਥੇ ਬੱਚੇ ਨਹੀਂ ਸੀ ਜੀ, ਮੈਂ ਇਕੱਲਾ ਹੀ ਹੁੰਦਾ ਸੀਗਾ ਜੀ। ਇਸ ਕਰਕੇ ਫਿਰ ਜਿਹੜੀ ਸੀਗੀ ਫੁੱਟਬਾਲ ਦੀ ਸ਼ੁਰੂਆਤ ਕੀਤੀ। ਫੁੱਟਬਾਲ ਦੇ ਵਿੱਚ ਕੁਝ ਬੱਚੇ ਆਉਣੇ ਸ਼ੁਰੂ ਹੋਏ ਤੇ ਮੈਂ ਫੁੱਟਬਾਲ ਦੀ ਗੇਮ ਜਿਹੜੀ ਸੀਗੀ ਉਹ ਲਗਾਉਣੀ ਸ਼ੁਰੂ ਕੀਤੀ ਜੀ। ਹਾਕੀ ਦੇ ਵਿੱਚ ਮੈਨੂੰ ਸ਼ੌਕ ਤੇ ਬਹੁਤ ਸੀ ਜੀ, ਲੇਕਿਨ ਪਟਿਆਲਾ ਜਿਹੜਾ ਸੀਗਾ ਉਸ ਟਾਈਮ ਤੇ ਯੂਨੀਵਰਸਿਟੀ ਤੋਂ ਕਾਫੀ ਦੂਰ ਲੱਗਦਾ ਸੀ ਜੀ। ਕੁਛ ਇੱਕ ਉੱਦਾਂ ਬੱਚੇ ਸੀਗੇ, ਛੋਟੇ ਸੀਗੇ। ਸੋ ਪਟਿਆਲੇ ਤੋਂ ਲੈ ਕੇ ਯੂਨੀਵਰਸਿਟੀ ਦੇ ਦਰਮਿਆਨ ਜੋ ਸਫ਼ਰ ਸੀ ਜੀ ਉਹ ਸਾਰਾ ਹੀ ਆਸੇ-ਪਾਸੇ ਸੜਕ ਦੇ ਜੰਗਲ ਹੀ ਸੀਗਾ ਜੀ, ਤਕਰੀਬਨ ਜੰਗਲ ਸੀ। ਔਰ ਯੂਨੀਵਰਸਿਟੀ ਤੋਂ ਪਟਿਆਲੇ ਨੂੰ ਇੱਕ ਟਾਂਗਾ ਜਾਂਦਾ ਹੁੰਦਾ ਸੀ ਜਿਸ ਦੇ ਵਿੱਚ ਬੈਠ ਕੇ ਕਿ ਅਸੀਂ ਕਈ ਵਾਰ ਪਟਿਆਲੇ ਨੂੰ ਗਏ ਜੀ। ਟਾਂਗੇ ਦੇ ਸਫ਼ਰ ਤੋਂ ਵੀ ਸਾਡੀ ਸ਼ੁਰੂਆਤ ਹੋਈ ਤੇ ਟਾਂਗੇ ਦੇ ਵਿੱਚ ਵੀ ਅਸੀਂ ਛੋਟੇ ਹੁੰਦੇ ਝੂਟੇ ਲਏ ਜੀ।
ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਜਿਹੜੀਆਂ ਸੀ ਕੋਈ ਬੱਸਾਂ ਜਿਹੜੀਆਂ ਉਹ ਯੂਨੀਵਰਸਿਟੀ ਨੇ ਆਪਣੀ ਬੱਸ ਲਈ ਤੇ ਯੂਨੀਵਰਸਿਟੀ ਦੀ ਬੱਸ ਜਿਹੜੀ ਸੀਗੀ ਉਹ ਸ਼ੁਰੂ ਹੋਈ। ਮੈਂ ਇੱਥੇ ਇੱਕ ਗੱਲ ਹੋਰ ਜ਼ਿਕਰ ਕਰੂੰਗਾ ਇੱਕ ਗੱਲ ਦਾ ਜੀ। ਪੰਜਾਬੀ ਯੂਨੀਵਰਸਿਟੀ ਦਾ ਜੋ ਮਾਡਲ ਸਕੂਲ ਹੈ ਜੀ ਉਹ ਸਾਡੇ ਨਾਲ ਸ਼ੁਰੂ ਹੋਇਆ ਸੀ ਜੀ। ਉਹ ਉਸ ਤੋਂ ਪਹਿਲਾਂ ਉਹ ਪਿੰਡ ਦਾ ਸਕੂਲ ਸੀ, ਲੇਕਿਨ ਯੂਨੀਵਰਸਿਟੀ ਦੀ ਹੱਦ ਦੇ ਅੰਦਰ ਆਉਣ ਕਰਕੇ ਉਹ ਨਾ ਪੰਜਾਬੀ ਯੂਨੀਵਰਸਿਟੀ ਨੇ ਉਸ ਨੂੰ ਅਪਣਾ ਲਿਆ ਔਰ ਅਸੀਂ ਉਸ ਸਕੂਲ ਦੇ ਪਹਿਲੇ ਵਿਦਿਆਰਥੀ ਸੀ। ਉਹ ਸਕੂਲ ਜਿਹੜਾ 5ਵੀਂ ਤੱਕ ਹੁੰਦਾ ਸੀ ਜੀ, ਤੇ ਅਸੀਂ ਪਹਿਲੇ ਵਿਦਿਆਰਥੀ ਸੀ ਜਿਹੜੇ ਕਿ ਉਸ ਸਕੂਲ ਦੇ ਵਿੱਚੋਂ 5ਵੀਂ ਪਾਸ ਕਰਕੇ ਤੇ ਸ਼ਹਿਰ ਫਿਰ ਪੜ੍ਹਨ ਲੱਗੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਜੀ, ਸਿਵਲ ਲਾਈਨ ਸਕੂਲ 'ਚ ਜੀ। ਤਾਂ ਇੱਕ ਇਹ ਵੀ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ, ਫਖਰ ਵਾਲੀ ਗੱਲ ਹੈ ਕਿ ਉਹ ਮੈਨੂੰ ਹਮੇਸ਼ਾ ਯਾਦ ਰਹੂਗਾ। ਇਹ ਸਕੂਲ ਦੀ ਸ਼ੁਰੂਆਤ ਜਿਹੜੀ ਸੀ ਉਹ ਸਾਡੇ ਨਾਲ ਹੋਈ ਸੀ। ਜੀ ਜਸਵੀਰ ਸਿੰਘ ਜੀ, ਜਿਵੇਂ ਕਿ ਅੱਜ ਕੱਲ੍ਹ ਦੇਖਿਆ ਗਿਆ ਜਦੋਂ ਬੱਚੇ ਖੇਡਾਂ ਲਈ ਜਾਂਦੇ ਨੇ ਤਾਂ ਅਕਸਰ ਉਹਨਾਂ ਨੂੰ ਮੋਟਰਸਾਈਕਲ, ਸਕੂਟਰ ਇੱਦਾਂ ਦੇ ਵਹੀਕਲ ਚਾਹੀਦੇ ਨੇ, ਉਹ ਤਾਂ ਹੀ ਜਾ ਪਾਉਂਦੇ ਨੇ। ਤਾਂ ਕੀ ਉਸ ਟਾਈਮ ਜਸਵੀਰ ਸਿੰਘ ਜੀ ਅੱਕੇ ਨਹੀਂ ਕਿ ਟਾਂਗਿਆਂ 'ਤੇ ਜਾਣਾ ਪੈਂਦਾ ਜਾਂ ਬਹੁਤ ਦੂਰ ਯੂਨੀਵਰਸਿਟੀ ਪੈਂਦੀ ਹੈ? ਨਹੀਂ, ਉਸ ਵੇਲੇ ਸਕੂਟਰ, ਮੋਟਰਸਾਈਕਲ ਤਾਂ ਕਿਸੇ ਕੋਲ ਹੀ ਦੇਖਣ ਨੂੰ ਮਿਲਦਾ ਹੁੰਦਾ ਸੀ ਜੀ। ਸਕੂਟਰ, ਕਾਰ ਤਾਂ ਕਿਸੇ ਯੂਨੀਵਰਸਿਟੀ ਦੇ ਵਿੱਚ ਜਦੋਂ ਅਸੀਂ ਰਹਿੰਦੇ ਸੀ 2 ਜਾਂ 3 ਜਣਿਆਂ ਕੋਲ ਮਸੀਂ ਕਾਰਾਂ ਸੀਗੀਆਂ ਜੀ। ਤਾਂ ਸਕੂਟਰ ਵੀ ਬਹੁਤ ਘੱਟ ਕੋਲ ਸੀਗਾ ਤੇ ਉਸ ਵਕਤ ਜ਼ਿਆਦਾ ਸਾਈਕਲ ਦੀ ਸਵਾਰੀ ਹੀ ਜ਼ਿਆਦਾ ਜਿਹੜੀ ਸੀ ਉਹ ਬਿਹਤਰ ਮੰਨੀ ਜਾਂਦੀ ਸੀ ਜੀ। ਸਾਈਕਲ ਜਿੱਦਣ ਸਾਨੂੰ ਸਾਈਕਲ ਮਿਲ ਜਾਂਦਾ ਸੀ ਜੀ, ਉਸ ਦਿਨ ਅਸੀਂ ਤਾਂ ਬਾਦਸ਼ਾਹ ਕਹਾਉਂਦੇ ਸੀ ਆਪਣੇ ਆਪ ਨੂੰ ਕਿ ਅੱਜ ਤਾਂ ਵੀ ਸਾਨੂੰ ਸਾਈਕਲ ਜਿਹੜਾ ਸੀ ਉਹ ਮਿਲ ਗਿਆ ਜੀ। ਤੇ ਬਹੁਤ ਸਾਨੂੰ ਖੁਸ਼ੀ ਹੁੰਦੀ ਸੀ। ਤੇ ਘਰ ਦੇ ਵਿੱਚ ਇੱਕੋ ਹੀ ਸਾਈਕਲ ਹੁੰਦਾ ਸੀ ਜੀ, ਤੇ ਜਿਸ ਨੂੰ ਸਾਰੇ ਹੀ ਚਲਾਉਂਦੇ ਸੀਗੇ ਜੀ। ਸੋ ਸਾਨੂੰ ਵੀ ਕਦੀ ਚਲਾਉਣ ਦਾ ਮੌਕਾ ਮਿਲਦਾ ਸੀ। ਕੋਈ ਇਦਾਂ ਦਾ ਸਮਾਂ ਵੀ ਆਇਆ ਕਿ ਜਦੋਂ ਖੇਡਾਂ ਦੇ ਦੌਰਾਨ ਕਦੇ ਹਾਰ ਹੋਈ ਤੇ ਬੜੀ ਮਾਯੂਸੀ ਹੋਈ ਵੀ ਹਾਂ ਯਾਰ ਮੈਂ ਇਸ ਖੇਡ ਦੇ ਵਿੱਚ ਨਹੀਂ ਆਉਣਾ ਸੀ? ਨਹੀਂ, ਹਾਰ ਇਸ ਤਰ੍ਹਾਂ ਦੀ ਮਾਯੂਸੀ ਨਹੀਂ ਹੋਈ ਕਦੀ, ਲੇਕਿਨ ਮੈਂ ਤੁਹਾਨੂੰ ਦੱਸਿਆ ਕਿ ਮੈਂ BA ਪਾਰਟ 1 ਦੇ ਵਿੱਚ ਆਲ ਇੰਡੀਆ ਇੰਟਰ ਯੂਨੀਵਰਸਿਟੀ ਫੁੱਟਬਾਲ ਅਸੀਂ ਖੇਡੀ ਜੀ। ਤੇ ਉਸ ਤੋਂ ਬਾਅਦ ਜਦੋਂ ਵਾਪਸ ਆਏ ਤਾਂ ਸਾਡੇ ਮੋਦੀ ਕਾਲਜ ਦੀ ਐਥਲੈਟਿਕ ਮੀਟ ਹੋਣੀ ਸੀ ਜੀ। ਕਾਲਜ ਦੀ ਐਥਲੈਟਿਕ ਮੀਟ ਜੀ। ਤਾਂ ਕਾਲਜ ਦੀ ਐਥਲੈਟਿਕ ਮੀਟ ਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ, ਭਾਗ ਲਿਆ ਜੀ। ਤੇ ਜਿੱਥੇ ਕਿ ਮੈਂ 1 ਨੰਬਰ ਮੇਰਾ ਵੱਧ ਹੋਣ ਕਰਕੇ ਮੈਨੂੰ ਕਾਲਜ ਦਾ ਬੈਸਟ ਐਥਲੀਟ ਐਲਾਨਿਆ ਗਿਆ ਜੀ। ਸੋ ਉੱਥੋਂ ਮੈਨੂੰ ਐਥਲੈਟਿਕਸ ਦਾ ਬਹੁਤ ਸ਼ੌਕ ਜਾਗ ਪਿਆ ਜੀ। ਉਸ ਤੋਂ ਪਹਿਲਾਂ ਵੀ ਮੇਰੇ ਫਾਦਰ ਸਾਹਿਬ ਨੇ ਵੀ ਮੈਨੂੰ ਪ੍ਰੇਰਿਤ ਕੀਤਾ, ਲੇਕਿਨ ਮੇਰੇ ਅੰਦਰ ਉਹ ਜੀ ਪ੍ਰੇਰਨਾ ਜਿਹੜੀ ਨਹੀਂ ਜਾਗੀ। ਲੇਕਿਨ ਜਦੋਂ ਮੈਂ ਬੈਸਟ ਐਥਲੀਟ ਬਣ ਗਿਆ ਤਾਂ ਫਿਰ ਮੈਨੂੰ ਇਹ ਸਮਝ ਆਇਆ ਕਿ ਇਹ ਇੱਕ ਵਿਅਕਤੀਗਤ ਖੇਡ ਹੈ ਜਿਸ ਦੇ ਵਿੱਚ ਕਿ ਮੈਂ ਇਕੱਲੇ ਨਹੀਂ ਜ਼ੋਰ ਲਗਾਉਣਾ ਔਰ ਜਿੰਨਾ ਹੀ ਮੈਂ ਮਿਹਨਤ ਕਰੂੰਗਾ ਉਨਾ ਹੀ ਮੈਨੂੰ ਫਲ ਮਿਲ ਜਾਏਗਾ। ਸੋ ਇਸ ਦੇ ਨਾਲ ਮੈਂ BA ਸੈਕੰਡ ਈਅਰ ਦੇ ਵਿੱਚ 1977-78 ਦੇ ਵਿੱਚ ਮੈਂ ਐਥਲੈਟਿਕਸ ਸ਼ੁਰੂ ਕੀਤੀ ਔਰ 78-79 ਦੇ ਵਿੱਚ ਮੈਂ ਯੂਨੀਵਰਸਿਟੀ ਦਾ 1500 ਮੀਟਰ ਦੇ ਵਿੱਚ 10 ਸਾਲ ਪੁਰਾਣਾ ਰਿਕਾਰਡ ਬ੍ਰੇਕ ਕੀਤਾ ਜੀ। ਤੇ ਜਸਵੀਰ ਸਿੰਘ ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਪੁੱਛਿਆ ਹਾਰ ਤੇ ਮੈਂ ਹੁਣ ਇੱਕ ਜਿੱਤ ਦੀ ਗੱਲ ਕਰਾਂ ਤੇ ਕਦੇ ਐਦਾਂ ਲੱਗਿਆ ਵੀ ਤੁਸੀਂ ਜਿੱਤੇ ਹੋਵੋ ਜਾਂ ਕੁਝ ਅਜਿਹਾ ਮੋੜ ਆਇਆ ਹੋਵੇ ਜਦੋਂ ਲੱਗਿਆ ਹੋਵੇ ਵੀ ਜਸਵੀਰ ਸਿੰਘ ਵਰਗਾ ਬਾਦਸ਼ਾਹ ਹੀ ਕੋਈ ਨਹੀਂ? ਦੇਖੋ, ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸਣੀ ਚਾਹਾਂਗਾ ਕਿ ਅਸੀਂ ਜਦੋਂ ਮੈਂ ਐਥਲੈਟਿਕਸ ਕੀਤੀ ਜੀ ਤਾਂ 1500 ਮੀਟਰ ਦੇ ਵਿੱਚ ਮੇਰੇ ਨਾਲ 2 ਕੰਪੀਟੀਟਰ ਹੋਰ ਸੀ ਜੀ। ਇੱਕ ਮੈਨੂੰ ਯਾਦ ਆ ਰਿਹਾ ਕਿ ਬਲਜੀਤ ਸਿੰਘ ਸੀਗੇ ਤੇ ਦੂਜੇ ਹਰਸ਼ਰਨ ਸਿੰਘ ਜੀ, ਨਾਮ ਮੈਨੂੰ ਯਾਦ ਆ ਗਿਆ। ਹਰਸ਼ਰਨ ਸਿੰਘ ਉਹਨਾਂ ਨਿਕਨੇਮ ਪੰਮਾ ਸੀ ਜੀ। ਤੇ ਬਾਕੀ ਦੇ ਸਟੂਡੈਂਟਸ ਜਿਹੜੇ ਸੀਗੇ ਵਿਦਿਆਰਥੀ, ਉਹਨਾਂ ਨੂੰ ਪਤਾ ਹੁੰਦਾ ਸੀ ਕਿ ਫਸਟ ਇਸ ਲੜਕੇ ਨੇ ਆਉਣਾ, ਸੈਕਿੰਡ ਇਹਨੇ, ਥਰਡ ਇਹਨੇ ਜੀ। ਤੇ ਸਾਡਾ ਕਿਤੇ ਕੋਈ ਨੰਬਰ ਨਹੀਂ ਲੱਗਣਾ ਜੀ। ਤੇ ਜਿੰਨੀ ਦੇਰ ਤੱਕ 3-4 ਸਾਲ ਅਸੀਂ ਮੈਂ ਐਥਲੈਟਿਕਸ ਕੀਤੀ ਆ, ਉਨੀ ਦੇਰ ਤੱਕ ਸਾਡੇ 1500 ਮੀਟਰ ਦੇ ਵਿੱਚ ਤਕਰੀਬਨ 5-6 ਇੰਨੇ ਕੀ ਕੰਪੀਟੀਟਰ ਰਹੇ ਯੂਨੀਵਰਸਿਟੀ ਦੇ ਵਿੱਚ। ਤਾਂ ਹੋਰ ਕਿਸੇ ਬੱਚੇ ਨੇ 1500 ਮੀਟਰ ਸ਼ੁਰੂ ਨਹੀਂ ਕੀਤੀ ਜੀ। ਉਸ ਤੋਂ ਬਾਅਦ ਸਾਡੇ ਤੋਂ ਬਾਅਦ ਫਿਰ 1500 ਮੀਟਰ ਜਿਹੜੀ ਬੱਚਿਆਂ ਨੇ
ਜਦੋਂ ਅਸੀਂ ਪਾਸ ਆਊਟ ਹੋ ਗਏ ਜੀ ਤਾਂ ਫਿਰ ਬੱਚਿਆਂ ਨੇ ਹੋਰ ਵੀ ਉਤਸ਼ਾਹ ਦੇ ਨਾਲ 1500 ਮੀਟਰ 'ਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਜੀ ਤੇ ਸਾਡੇ ਤੋਂ ਵੀ ਬੈਟਰ ਟਾਈਮ ਕੀਤੇ ਜੀ ਬੱਚਿਆਂ ਨੇ। ਜੀ ਉਹਨਾਂ ਨੇ ਵੀ ਨਿਊ ਰਿਕਾਰਡ ਕੀਤੇ। ਜੀ ਲੇਕਿਨ ਉਦੋਂ ਇਹੀ ਹੁੰਦਾ ਸੀ, ਬੱਚੇ ਇਹੀ ਸਮਝਦੇ ਸੀ ਸਟੂਡੈਂਟ ਜਿਹੜੇ ਬਾਕੀ ਦੇ ਜੀ ਵੀ ਫਸਟ ਸੈਕਿੰਡ ਥਰਡ ਤਾਂ ਹੈਗੇ ਹੀ ਨੇ, ਜੀ ਪੱਕੇ ਹੀ ਸੀਗੇ ਸੀ। ਤੇ ਉਨੀ ਦੇਰ ਤੱਕ ਉਹਨਾਂ ਨੇ 1500 ਮੀਟਰ ਨਹੀਂ ਸ਼ੁਰੂ ਕੀਤੀ। ਜੀ ਲੇਕਿਨ ਬਾਅਦ ਦੇ ਵਿੱਚ ਫਿਰ ਸਾਡੀ ਯੂਨੀਵਰਸਿਟੀ ਦਾ 1500 ਮੀਟਰ ਦੇ ਵਿੱਚ ਵੀ ਬਹੁਤ ਅੱਛੀ ਪਰਫਾਰਮੈਂਸ ਰਹੀ ਹੈ। ਮੈਂ ਤੁਹਾਨੂੰ ਕਰਦਾ ਆਪਣੀ ਜੋ ਮੇਰੀ ਕੋਚਿੰਗ ਦੇ ਟੈਨਿਓਰ ਦੇ ਵਿੱਚ ਜੀ ਮੇਰੇ 2 ਐਥਲੀਟ ਜਿਹੜੇ ਸੀਗੇ ਉਹ 3 ਮਿੰਟ ਔਰ 50 ਸੈਕਿੰਡ ਦੇ ਵਿੱਚ ਉਹਨਾਂ ਨੇ ਰੇਸ ਜਿਹੜੀ ਆ ਉਹ ਕੰਪਲੀਟ ਕੀਤੀ ਔਰ ਇੰਟਰਯੂਨੀਵਰਸਿਟੀ 'ਚੋਂ ਗੋਲਡ ਮੈਡਲ ਜਿੱਤਿਆ। ਜੀ ਇੱਥੇ ਅਸੀਂ ਦਰਸ਼ਕਾਂ ਨੂੰ ਖਾਸ ਤੌਰ ਤੇ ਦੱਸ ਦੇਵਾਂਗੇ ਕਿ ਦਲਜੀਤ ਰਾਣਾ ਵਰਗੇ ਪੰਜਾਬ ਪੁਲਿਸ ਦੇ ਚੰਗੇ ਅਫਸਰ ਵੀ ਇਹਨਾਂ ਦੇ ਸ਼ਾਗਿਰਦ ਰਹੇ ਨੇ। ਸੋ ਇਸ ਤਰ੍ਹਾਂ ਦੇ ਕਿੰਨੇ ਹੋਰ ਸ਼ਾਗਿਰਦ ਨੇ ਜਿਹੜੀਆਂ ਚੰਗੀਆਂ ਨੌਕਰੀਆਂ ਤੇ ਬੈਠੇ ਨੇ ਜਾਂ ਬਾਹਰਲੇ ਮੁਲਕਾਂ ਤੱਕ ਉਹ ਖੇਡਣ ਚਲੇ ਗਏ? ਦੇਖੋ ਸਾਡੇ ਪੰਜਾਬੀ ਯੂਨੀਵਰਸਿਟੀ ਇੱਕ ਐਸੀ ਯੂਨੀਵਰਸਿਟੀ ਆ ਜਿਹੜੀ ਕਿ ਪਿਛਲੇ 10-11 ਸਾਲ ਜਿਹੜੀ ਉਹ ਹਿੰਦੁਸਤਾਨ ਦੀ ਬੈਸਟ ਯੂਨੀਵਰਸਿਟੀ ਐਲਾਨੀ ਗਈ ਜੀ ਖੇਡਾਂ ਦੇ ਖੇਤਰ ਦੇ ਵਿੱਚ। ਜੀ ਦਲਜੀਤ ਰਾਣਾ ਦੀ ਤੁਸੀਂ ਗੱਲ ਕੀਤੀ, 1990 ਦੇ ਵਿੱਚ ਦਲਜੀਤ ਰਾਣਾ ਜੈਵਲਿਨ ਥਰੋ ਦੇ ਈਵੈਂਟ ਦੇ ਵਿੱਚ ਸਾਡੀ ਟੀਮ ਦੇ ਵਿੱਚ ਗਿਆ। ਜੀ ਉਸਨੇ ਉਹਨਾਂ ਦੇ ਨਾਲ ਇੱਕ ਮੇਰਾ ਸਟੂਡੈਂਟ ਦਲਵਾਰਾ ਸਿੰਘ ਸੀ ਜੋ ਅੱਜ ਕੱਲ੍ਹ ਸ਼ਹੀਦ ਕਾਂਸੀ ਰਾਮ ਮੈਮੋਰੀਅਲ ਫਿਜ਼ੀਕਲ ਕਾਲਜ ਵਿਖੇ ਪ੍ਰਿੰਸੀਪਲ ਦੇ ਅਹੁਦੇ 'ਤੇ ਸੁਸ਼ੋਭਿਤ ਨੇ। ਜੀ ਤੇ ਇਹ ਦੋਨੇ ਐਥਲੀਟ ਮੇਰੇ ਨਾਲ ਇੰਟਰਯੂਨੀਵਰਸਿਟੀ ਗਏ। ਜੀ ਅਸੀਂ 1990 ਦੇ ਵਿੱਚ ਕਲਿਆਣੀ ਯੂਨੀਵਰਸਿਟੀ ਕਲਕੱਤਾ ਮੈਨੂੰ ਯਾਦ ਹੈ ਉਹ ਉੱਥੇ ਗਏ ਤੇ ਦੋਨਾਂ ਨੇ ਹੀ 골ਡ ਮੈਡਲ ਜਿੱਤੇ। ਜੀ ਦਲਜੀਤ ਰਾਣਾ ਨੇ ਵੀ 골ਡ ਮੈਡਲ ਜਿੱਤਿਆ ਜੀ ਔਰ ਜਿਹੜੇ ਸੀਗੇ ਆਪਣੇ ਦਲਵਾਰਾ ਸਿੰਘ ਨੇ ਵੀ 골ਡ ਮੈਡਲ ਜਿੱਤੇ। ਤੇ ਮੈਨੂੰ ਇਹ ਟੂਰ ਤਾਂ ਯਾਦ ਹੈ ਕਿ ਦਲਜੀਤ ਰਾਣਾ ਦੇ ਪਿੰਡ ਦਾ ਇੱਕ ਵਿਅਕਤੀ ਉੱਥੇ ਕਲਕੱਤੇ ਬੜੇ ਬਾਜ਼ਾਰ ਦੇ ਵਿੱਚ ਗੁਰਦੁਆਰਾ ਸਾਹਿਬ ਸੀ ਜੀ, ਉੱਥੋਂ ਦੇ ਉਹ ਮਤਲਬ ਹੈੱਡ ਗ੍ਰੰਥੀ ਸੀਗੇ ਜੀ। ਤਾਂ ਉਹਨਾਂ ਨੇ ਸਾਨੂੰ ਜਿਹੜਾ ਸੀਗਾ ਫਿਰ ਆਪਣਾ ਕਮਰਾ ਜਿਹੜਾ ਜਦੋਂ ਅਸੀਂ ਉਹਨਾਂ ਦੇ ਕੋਲ ਗਏ ਜੀ ਉਹਨਾਂ ਨੇ ਬੜੀ ਸਾਡੀ ਆਓ ਭਗਤ ਕੀਤੀ ਜੀ, ਆਪਣਾ ਕਮਰਾ ਖੋਲ੍ਹ ਕੇ ਦਿੱਤਾ ਸਾਨੂੰ ਜੀ ਤੇ ਲੜਕੀਆਂ ਵੀ ਸੀ ਸਾਡੇ ਨਾਲ, ਉਹਨਾਂ ਲਈ ਵੀ ਬਹੁਤ ਵਧੀਆ ਲੰਗਰ ਤਿਆਰ ਕੀਤਾ ਗਿਆ ਜੀ। ਤਾਂ ਉਹਨਾਂ ਨੇ ਸਾਨੂੰ ਕਲਕੱਤਾ ਵੀ ਘੁਮਾਇਆ ਜੀ, ਮੈਟਰੋ ਟ੍ਰੇਨ ਦੇ ਵਿੱਚ ਵੀ, ਟਰਾਮ ਦੇ ਸੀ ਅਸੀਂ ਸਾਰੇ ਕਿਤੇ ਝੂਟੇ ਰਹੇ। ਇਸ ਕਰਕੇ ਮੈਨੂੰ ਉਹ ਟੂਰ ਜਿਹੜਾ ਸੀਗਾ ਉਹ ਹਮੇਸ਼ਾ ਹੀ ਯਾਦ ਰਿਹਾ ਜੀ, ਜੋ ਕਿ ਦਲਜੀਤ ਰਾਣਾ ਦੇ ਨਾਲ ਹੀ ਜੁੜਿਆ ਹੋਇਆ ਹੈ ਜੀ। ਜੇਕਰ ਅਸੀਂ ਤੁਹਾਡੀ ਖੇਡ ਦੀ ਗੱਲ ਕਰੀਏ ਤਾਂ ਇਸੇ ਖੇਡ ਦੇ ਵਿੱਚੋਂ ਮਿਲਖਾ ਸਿੰਘ ਪੈਦਾ ਹੋਇਆ ਸੀ। ਹਾਂਜੀ ਹਾਂਜੀ। ਕੀ ਇਸੇ ਖੇਡ ਦੇ ਵਿੱਚੋਂ ਤੁਹਾਡੇ ਸਫ਼ਰ ਦੇ ਦੌਰਾਨ ਕੋਈ ਅਜਿਹਾ ਸ਼ਖਸ ਮਿਲਿਆ ਜਿਹਦੇ ਵਿੱਚ ਮਿਲਖਾ ਸਿੰਘ ਵਾਂਗੂ ਭਾਵਨਾ ਹੋਵੇ ਅੱਗੇ ਆਉਣ ਦੀ? ਹਾਂਜੀ, ਇਸ ਦੇ ਵਿੱਚ ਮੈਂ ਤੁਹਾਨੂੰ ਜ਼ਿਕਰ ਕਰਦਾ ਕਿ ਪੰਜਾਬ ਦੇ ਇਸ ਵਕਤ ਜਿਹੜੇ ਚੱਲ ਰਹੇ ਆ ਐਥਲੀਟ ਜੀ, ਉਹ 2021 ਦੇ ਵਿੱਚ ਹੀ ਮੈਂ ਤੁਹਾਨੂੰ ਪੜ੍ਹ ਕੇ ਦੱਸਦਾ ਹਾਂ ਥੋੜ੍ਹਾ, ਜਿਹੜਾ ਇਸ ਦੇ ਵਿੱਚ ਪੰਜਾਬ ਦੇ ਐਥਲੀਟ ਹੈਗੇ ਜੀ, ਜਿਹੜੀ ਕਿ ਕਮਲਪ੍ਰੀਤ ਕੌਰ ਹੈ ਜੀ, ਉਹਨਾਂ ਨੇ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ ਜੀ, ਪੰਜਾਬਣ ਐਥਲੀਟ ਨੇ ਜੀ, ਜਿਨ੍ਹਾਂ ਨੇ ਕਿ 65.06 ਮੀਟਰ ਥਰੋ ਡਿਸਕਸ ਥਰੋ ਲਗਾ ਕੇ ਨਵਾਂ ਨੈਸ਼ਨਲ ਰਿਕਾਰਡ ਕ੍ਰੀਏਟ ਕੀਤਾ ਔਰ ਓਲੰਪਿਕਸ ਲਈ ਕੁਆਲੀਫਾਈ ਕੀਤਾ ਜੀ। ਬਹੁਤ ਵਧੀਆ। ਔਰ ਸਾਨੂੰ ਇਸ ਲੜਕੀ ਤੋਂ ਬਹੁਤ ਹੀ ਜ਼ਿਆਦਾ ਉਮੀਦਾਂ ਨੇ, ਇਹ ਸਾਡੀ ਪੰਜਾਬੀ ਯੂਨੀਵਰਸਿਟੀ ਦੀ ਹੀ ਪ੍ਰੋਡਕਟ ਹਨ ਜੀ। ਨੰਬਰ 2 ਤੇ ਆਪਣਾ ਗੁਰਿੰਦਰਵੀਰ ਸਿੰਘ ਹੈ ਜੀ, ਜਿਹੜੇ ਕਿ ਸਰਬਜੀਤ ਸਿੰਘ ਐਥਲੈਟਿਕ ਕੋਚ ਨੇ ਜਲੰਧਰ ਵਿੱਚ, ਉਹਨਾਂ ਦੇ ਸ਼ਾਗਿਰਦ ਨੇ ਜੀ। ਤੇ ਇਹ ਵੀ ਸਾਹਿਬ ਮਿਲਖਾ ਸਿੰਘ ਦੇ ਪਦ ਚਿੰਨ੍ਹਾਂ ਦੇ ਉੱਤੇ ਹੀ ਚੱਲ ਰਹੇ ਨੇ ਜੀ। ਤਾਂ ਇਹਨਾਂ ਨੇ 100 ਮੀਟਰ ਦੇ ਵਿੱਚ ਸਾਡੇ ਪੰਜਾਬ ਦਾ ਕਦੀ ਵੀ ਕੋਈ ਐਥਲੀਟ ਜਿਹੜਾ ਚਮਕ ਕੇ ਸਾਹਮਣੇ ਨਹੀਂ ਆਇਆ ਜੀ, ਲੇਕਿਨ ਇਹਨਾਂ ਨੇ 2021 ਦੇ ਵਿੱਚ ਜੀ ਆਪਣੇ ਨੈਸ਼ਨਲ ਗੇਮਸ ਦੇ ਵਿੱਚ 10.32 ਸੈਕਿੰਡ ਟਾਈਮ ਕੱਢ ਕੇ ਜੀ ਇਹ ਫਸਟ ਆਏ ਜੀ। ਔਰ ਜਦੋਂ ਕਿ ਇੰਡੀਆ ਦਾ ਰਿਕਾਰਡ 10.26 ਸੈਕਿੰਡ ਦਾ ਹੈ ਜੀ। ਸੋ ਉਹ ਦਿਨ ਦੂਰ ਨਹੀਂ, ਇਹ ਲੜਕਾ ਸਿਰਫ 21-22 ਸਾਲ ਦਾ ਲੜਕਾ ਹੈ ਜੀ, ਤੇ ਉਹ ਦਿਨ ਦੂਰ ਨਹੀਂ ਜਿੱਦਣ ਇਹ ਵੀ ਓਲੰਪਿਕਸ ਲਈ ਕੁਆਲੀਫਾਈ ਕਰੇਗਾ ਜੀ।
ਇਹਨਾਂ ਦੇ ਨਾਲ ਹੀ ਮੈਂ ਇੱਥੇ ਜ਼ਿਕਰ ਕਰੂੰਗਾ ਤੇਜਿੰਦਰਪਾਲ ਸਿੰਘ ਤੂਰ ਜੀ। ਤੇਜਿੰਦਰਪਾਲ ਸਿੰਘ ਤੂਰ ਜਿਹੜੇ ਨੇ ਉਹ ਸ਼ਾਟਪੁੱਟ ਦੇ ਵਿੱਚ ਇਸ ਵਕਤ ਬਹੁਤ ਹੀ ਹਿੰਦੁਸਤਾਨ ਦੇ ਸਿਰ ਕੱਢ ਐਥਲੀਟ ਸਾਹਮਣੇ ਆ ਰਹੇ ਨੇ ਜੀ। ਸੋ ਉਹਨਾਂ ਨੇ ਵੀ ਤਕਰੀਬਨ 20.80 ਮੀਟਰ ਦੇ ਨੇੜੇ ਗੋਲਾ ਸੁੱਟ ਕੇ ਜੀ ਤੇ ਹਿੰਦੁਸਤਾਨ ਦਾ ਨਵਾਂ ਰਿਕਾਰਡ ਬਣਾਇਆ ਹੈ ਜੀ। ਇਹ ਵੀ ਸਾਡੀ ਪੰਜਾਬੀ ਯੂਨੀਵਰਸਿਟੀ ਦੀ ਪ੍ਰੋਡਕਟ ਹਨ ਜੀ। ਸਾਡੇ ਕੋਲ ਸਾਡੇ ਸਟੂਡੈਂਟ ਸੀ ਔਰ ਅੱਜ ਕੱਲ੍ਹ ਨੇਵੀ ਦੇ ਵਿੱਚ ਇਹਨਾਂ ਦੇ ਜੌਬ ਕਰ ਰਹੇ ਨੇ ਜੀ। ਤਾਂ ਇਹ ਐਥਲੀਟ ਬਹੁਤ ਹੀ ਵਧੀਆ ਪ੍ਰਦਰਸ਼ਨ ਆਉਣ ਵਾਲੇ ਸਮੇਂ ਵਿੱਚ ਕਰਨ ਦੀ ਉਮੀਦ ਹੈ ਇਹਨਾਂ ਕੋਲ ਜੀ। ਜਿਸ ਤਰ੍ਹਾਂ ਤੁਸੀਂ ਪਹਿਲਾਂ ਇੱਕ ਨਾਮ ਲੈ ਰਹੇ ਸੀਗੇ ਕਿ ਜੇਕਰ ਖੇਡਾਂ ਦੇ ਦੌਰਾਨ ਡਾਕਟਰ ਨੇ ਕਿਸੇ ਨੇ ਕਿਹਾ ਵੀ ਅਗਰ ਇਸ ਤੋਂ ਵੱਧ ਅਗਰ ਦੌੜ ਲੈਂਦਾ ਤਾਂ ਉੱਥੇ ਉਹਨੂੰ ਨੁਕਸਾਨ ਹੋ ਸਕਦਾ ਹੈ, ਤਾਂ ਉਹ ਅਜਿਹੇ ਤੁਸੀਂ ਕਿਹੜੇ ਸ਼ਖਸ ਦੇ ਨਾਮ ਲੈ ਰਹੇ ਸੀ ਜਿਹੜੇ ਖੇਡਾਂ ਦੇ ਵਿੱਚ ਅਜਿਹੀਆਂ ਮੱਲਾਂ ਮਾਰਨ ਲਈ ਤਿਆਰ ਰਹਿੰਦੇ ਨੇ? ਦੇਖੋ ਸਭ ਤੋਂ ਪਹਿਲਾਂ ਤਾਂ USA ਦਾ ਐਥਲੀਟ ਜਿਮ ਹਾਈਨਜ਼ ਹੋਏ ਜਿਨ੍ਹਾਂ ਦੇ ਕਿ 9.99 ਸੈਕਿੰਡ ਦਾ ਓਲੰਪਿਕ ਐਂਡ ਵਰਲਡ ਰਿਕਾਰਡ ਕਾਇਮ ਕੀਤਾ ਜੀ। ਸੋ ਉਹਨਾਂ ਉਸ ਵਕਤ ਇਹ ਧਾਰਨਾ ਸੀ ਜੀ ਸਾਇੰਟਿਸਟ ਦੇ ਵਿੱਚ ਵੀ ਡਾਕਟਰਸ ਦੇ ਵਿੱਚ ਵੀ ਜੀ ਕਿ ਜੇਕਰ ਕੋਈ ਐਥਲੀਟ ਇਸ ਟਾਈਮ ਤੋਂ ਥੱਲੇ ਭੱਜੇਗਾ ਜੀ ਤਾਂ ਉਸ ਦੀ ਟਰੈਕ ਦੇ ਵਿੱਚ ਹੀ ਮੌਤ ਹੋ ਜਾਏਗੀ ਜੀ। ਲੇਕਿਨ ਉਸ ਤੋਂ ਬਾਅਦ ਬੈਨ ਜੌਨਸਨ ਹੋਏ ਉਹਨਾਂ ਨੇ ਵੀ 9.86 ਟਾਈਮ ਕੱਢਿਆ ਜੀ। ਉਹਨਾਂ ਤੋਂ ਵੀ ਬੈਟਰ ਜਿਹੜਾ ਸੀਗਾ ਜਮੈਕਾ ਦੇ ਯੂਸਾਈਨ ਬੋਲਟ ਜੀ ਜਿਨ੍ਹਾਂ ਨੂੰ ਕਿ ਇਸ ਵਕਤ ਬੱਚਾ ਜਾਣਦਾ ਹੈ ਸਾਰੇ ਵਰਲਡ ਦੇ ਵਿੱਚ ਜੀ। ਉਹਨਾਂ ਨੇ 9.58 ਸੈਕਿੰਡ ਕਰਕੇ ਪ੍ਰੂਵ ਕਰ ਦਿੱਤਾ ਕਿ ਜਿਹੜੀ ਪਰਫਾਰਮੈਂਸ ਨੂੰ ਇੰਪਰੂਵ ਕਰਨ ਦੀ ਕੋਈ ਸੀਮਾ ਨਹੀਂ ਹੈ ਜੀ। ਇਹ ਸਾਡੀ ਟ੍ਰੇਨਿੰਗ ਤੇ ਡਿਪੈਂਡ ਕਰਦਾ ਹੈ ਜੀ ਕਿ ਅਸੀਂ ਕਿਹੋ ਜੀ ਟ੍ਰੇਨਿੰਗ ਕਰ ਰਹੇ ਹਾਂ ਔਰ ਕਿਹੋ ਜੀ ਡਾਈਟ ਲੈ ਰਹੇ ਹਾਂ ਜੀ। ਤਾਂ ਉਸ ਦੇ ਮਤਲਬ ਉੱਤੇ ਡਿਪੈਂਡ ਕਰਦਾ ਹੈ ਸਾਰੀ ਸਾਡੀ ਪਰਫਾਰਮੈਂਸ ਜਿਹੜੀ ਹੈ। ਜਸਵੀਰ ਸਿੰਘ ਜੀ, ਜਿੱਦਾਂ ਦੇਖਿਆ ਗਿਆ ਕਿ ਅਗਰ ਤੁਹਾਡੇ ਪਿਛਲੇ ਸਮੇਂ ਦੀ ਗੱਲ ਕਰੀਏ ਕਿ ਉਸ ਟਾਈਮ ਬੱਚਿਆਂ ਨੂੰ ਜਾਂ ਖਿਡਾਰੀਆਂ ਨੂੰ ਚਾਹ ਹੁੰਦਾ ਸੀ ਕਿ ਖੇਡ ਦੇ ਵਿੱਚ ਅੱਗੇ ਜਾਣਾ ਜਾਂ ਪੜ੍ਹਾਈ ਕਰਨੀ, ਉਹ ਚਾਹ ਹੁਣ ਘਟਦਾ ਜਾਂ ਨਜ਼ਰ ਨਹੀਂ ਆ ਰਿਹਾ? ਦੇਖੋ ਉਸ ਵਕਤ ਦੇ ਸਮੇਂ ਵੀ ਤੇ ਇਸ ਵਕਤ ਦੇ ਸਮੇਂ ਦੇ ਵਿੱਚ ਬਹੁਤ ਫਰਕ ਹੈ ਜੀ। ਉਦੋਂ ਸਾਡੇ ਕੋਲ ਐਂਟਰਟੇਨਮੈਂਟ ਦੇ ਸਾਧਨ ਜਿਹੜੇ ਸੀਗੇ ਉਹ ਬਹੁਤ ਹੀ ਘੱਟ ਸੀਗੇ ਜੀ। ਅੱਜ ਕੱਲ੍ਹ ਕੀ ਹੈਗਾ, ਮੋਬਾਈਲ ਫੋਨ ਜੀ। ਸਾਡੇ ਕੋਲ ਪਰਚੇਜ਼ਿੰਗ ਪਾਵਰ ਵੱਧ ਗਈ ਹੈ ਜੀ। ਉਹ ਹਰ ਇੱਕ ਬੱਚਾ ਅੱਜ ਕੱਲ੍ਹ ਸਕੂਟਰ ਮੋਟਰਸਾਈਕਲ ਤੋਂ ਬਿਨਾਂ ਸਕੂਲ ਨਹੀਂ ਜਾਂਦਾ ਜੀ। ਇਸੇ ਤਰ੍ਹਾਂ ਹੀ ਘਰ ਘਰ ਦੇ ਵਿੱਚ ਟੈਲੀਵਿਜ਼ਨ ਜੀ ਜਿਹੜੇ ਨੇ ਉਹ ਆ ਗਏ ਨੇ ਜੀ। ਇਹਨਾਂ ਇਲਾਵਾ ਅਸੀਂ ਜਿਹੜੇ ਹੈਗੇ ਲੈਪਟਾਪ ਜਿਹੜਾ ਹੈ ਜਿੱਥੇ ਮਰਜ਼ੀ ਉਹਨੂੰ ਖੋਲ੍ਹ ਕੇ ਬਹਿ ਜਾਂਦੇ ਹਾਂ, ਜੋ ਮਰਜ਼ੀ ਦੇਖ ਸਕੀਏ ਅਸੀਂ ਜੀ। ਸੋ ਬੱਚਿਆਂ ਦਾ ਰੁਝਾਨ ਜਿਹੜਾ ਨਾ ਗਰਾਊਂਡ ਵਿੱਚੋਂ ਹਟ ਕੇ ਜੀ ਮੋਬਾਈਲਾਂ ਦੇ ਵਿੱਚ ਲੱਗ ਗਿਆ ਜੀ। ਇਸ ਦੇ ਨਾਲ ਪੰਜਾਬ ਦੇ ਵਿੱਚ ਜਿਸ ਨੂੰ ਛੇਵਾਂ ਦਰਿਆ ਕਹਿੰਦੇ ਆਪਾਂ, ਨਸ਼ਿਆਂ ਦਾ ਜਿਹੜਾ ਸੀਗਾ ਉਹ ਵੀ ਰੁਝਾਨ ਬਹੁਤ ਵੱਧ ਗਿਆ ਜੀ, ਜਿਸ ਨੇ ਕਿ ਪੰਜਾਬ ਦੀ ਜਵਾਨੀ ਨੂੰ ਬਹੁਤ ਵੱਡੀ ਢਾਹ ਲਾਈ ਹੈ ਜੀ। ਤੇ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਭਾਈ ਨਸ਼ੇ ਛੱਡੋ ਔਰ ਪੰਜਾਬ ਦੀ ਜਵਾਨੀ ਨੂੰ ਬਚਾਓ ਜੀ। ਮੇਰਾ ਇੱਕ ਆਖਰੀ ਸਵਾਲ ਹੈ ਜਸਵੀਰ ਸਿੰਘ ਜੀ ਕਿ ਜੇਕਰ ਤੁਹਾਨੂੰ ਪੰਜਾਬ ਸਰਕਾਰ ਇੱਕ ਕਮੇਟੀ ਬਣਾਵੇ ਜਿਹਦੇ ਵਿੱਚ ਤੁਹਾਨੂੰ ਲਿਆ ਜਾਵੇ ਤਾਂ ਤੁਸੀਂ ਖੇਡਾਂ ਪ੍ਰਤੀ ਕੀ ਸੁਝਾਅ ਦਿਓਗੇ ਕਿ ਖੇਡਾਂ ਨੂੰ ਅਸੀਂ ਦੁਬਾਰਾ ਪ੍ਰਫੁੱਲਿਤ ਕਿਵੇਂ ਕਰ ਸਕਦੇ ਹਾਂ? ਦੇਖੋ, ਖੇਡਾਂ ਦੇ ਵਿੱਚ ਪਹਿਲੀ ਤਾਂ ਗੱਲ ਇਹ ਹੈ ਕਿ ਸਾਡੇ ਕੋਲ ਗੌਰਮੈਂਟ ਹੁਣ ਬਹੁਤ ਉਪਰਾਲਾ ਕਰ ਰਹੀ ਹੈ ਜੀ। ਉਹਨਾਂ ਨੇ ਤਰ੍ਹਾਂ ਦੀਆਂ ਸਕੀਮਸ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਉਹਨਾਂ ਨੇ ਖੋਲ੍ਹਿਆ ਹੈ ਜੀ, ਜਿਸ ਦੇ ਵਿੱਚ ਬੱਚਿਆਂ ਨੂੰ ਬਹੁਤ ਅੱਛੀ ਡਾਈਟ ਦਿੱਤੀ ਜਾਂਦੀ ਹੈ, ਰਹਿਣ ਦੀਆਂ ਫੈਸਿਲਿਟੀਜ਼ ਜਿਹੜੀਆਂ ਉਹ ਬਹੁਤ ਅੱਛੀਆਂ ਨੇ ਜੀ। ਇਸੇ ਤਰ੍ਹਾਂ ਹੀ ਸਾਈ ਵਾਲਿਆਂ ਨੇ ਸਪੋਰਟਸ ਅਥਾਰਟੀ ਆਫ ਇੰਡੀਆ ਨੇ ਉਹਨਾਂ ਨੇ ਵੀ ਸਕੀਮਾਂ ਬਹੁਤ ਵਧੀਆ ਚਾਲੂ ਕੀਤੀਆਂ ਹੋਈਆਂ ਨੇ ਜੀ। ਜਦੋਂ ਕਿ ਉਹ ਆਪਣੇ ਬੱਚਿਆਂ ਨੂੰ ਉੱਥੇ ਹੀ ਹੋਸਟਲ ਵਿੱਚ ਰੱਖ ਕੇ ਵਧੀਆ ਕੋਚਿਸ ਦੇ ਦੁਆਰਾ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਔਰ ਰਿਜ਼ਲਟ ਵੀ ਸਾਹਮਣੇ ਆ ਰਹੇ ਨੇ ਜੀ। ਲੇਕਿਨ ਫਿਰ ਵੀ ਸਾਨੂੰ ਗਰਾਊਂਡ ਲੈਵਲ ਦੇ ਉੱਤੇ ਜਿਹੜਾ ਵਰਕ ਕਰਨ ਦੀ ਜ਼ਰੂਰਤ ਹੈ, ਕਿਉਂਕਿ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਚਾਹੂੰਗਾ ਜੀ। 2015 ਦੇ ਵਿੱਚ ਮੈਨੂੰ ਮੌਕਾ ਮਿਲਿਆ ਜਦੋਂ ਵਰਲਡ ਯੂਨੀਵਰਸਿਟੀ ਗੇਮਸ ਜਿਹੜੇ ਕੋਰੀਆ ਵਿਖੇ ਹੋਈਆਂ ਸੀ ਜੀ, ਤਾਂ ਉੱਥੇ ਗੁਆਂਗਜ਼ੂ ਵਿਖੇ ਹੋਈਆਂ ਜੀ, ਕੋਰੀਆ ਦੇ ਸ਼ਹਿਰ ਗੁਆਂਗਜ਼ੂ ਵਿਖੇ। ਤਾਂ ਮੈਨੂੰ ਵੀ ਹਿੰਦੁਸਤਾਨ ਦੀ ਐਥਲੈਟਿਕਸ ਟੀਮ ਦੇ ਨਾਲ ਜਾਣ ਦਾ ਮੌਕਾ ਮਿਲਿਆ
ਜੀ ਕਿਉਂਕਿ ਉਸ ਦੇ ਵਿੱਚ ਮੇਰੇ 5 ਐਥਲੀਟ ਜਿਹੜੇ ਸੀ ਉਹ ਪਾਰਟਿਸਿਪੇਟ ਕਰ ਰਹੇ ਸੀ ਪੰਜਾਬੀ ਯੂਨੀਵਰਸਿਟੀ ਦੇ। ਜੀ ਤਾਂ ਅਸੀਂ ਉੱਥੇ ਗਏ ਤਾਂ ਸਾਨੂੰ ਜੋ ਟ੍ਰੇਨਿੰਗ ਵਾਸਤੇ ਉਹਨਾਂ ਨੇ ਜਗ੍ਹਾ ਦੱਸੀ ਜੀ ਉਹ ਇੱਕ ਹਾਈ ਸਕੂਲ ਸੀ। ਜੀ ਉੱਥੇ ਸਾਡੇ ਐਥਲੀਟ ਜਿਹੜੇ ਸੀਗੇ ਉਹ ਟ੍ਰੇਨਿੰਗ ਕਰ ਸਕਦੀ ਸੀ ਜਾ ਕੇ। ਜੀ ਤਾਂ ਉੱਥੇ ਹਾਈ ਸਕੂਲ ਦੇ ਵਿੱਚ ਜਦੋਂ ਅਸੀਂ ਪਹੁੰਚੇ ਉੱਥੇ ਤਾਂ ਮੈਂ ਦੇਖ ਕੇ ਹੈਰਾਨ ਹੋਇਆ ਕਿ ਉਹ ਛੋਟਾ ਜਿਹਾ ਕੰਟਰੀ ਹੈ ਜੀ ਤਾਂ ਉੱਥੇ ਉਹਨਾਂ ਨੇ 6 ਲੇਨ ਦਾ ਸਿੰਥੈਟਿਕ ਟਰੈਕ ਵਿਛਾ ਰੱਖਿਆ ਜੀ 6 ਲੇਨਸ ਦਾ। ਤਾਂ ਉਹ ਸਾਡੇ ਐਥਲੈਟਿਕਸ ਜਿਹੜੇ ਸਿੰਥੈਟਿਕ ਟਰੈਕ ਅਸੀਂ ਵਿਛਾ ਰਹੇ ਹਾਂ ਅੱਛਾ ਜੀ ਇਹਨਾਂ ਤੋਂ ਵੀ ਉਹ ਵਧੀਆ ਟਰੈਕ ਜਿਹਨੂੰ ਕਹਿ ਲਓ ਅੱਜ ਕੱਲ੍ਹ ਉਹਨਾਂ ਨੇ ਨਵੇਂ ਕੱਢੇ ਨੇ ਜਿਨ੍ਹਾਂ ਨੂੰ ਆਪਾਂ ਬੌਂਡੋ ਟਰੈਕਸ ਕਹਿੰਦੇ ਆ ਜੀ ਔਰ ਉਹ ਸਿੰਥੈਟਿਕ ਟਰੈਕ ਤੋਂ ਵੀ ਫਾਸਟਰ ਨੇ। ਜੀ ਜਦੋਂ ਸਾਡੇ ਬੱਚੇ ਉਸ ਟਰੈਕ ਦੇ ਉੱਤੇ ਭੱਜੇ ਜੀ ਤਾਂ ਉਹ ਕਹਿਣ ਸਰ ਇਹ ਤਾਂ ਫਾਸਟ ਹੀ ਬਹੁਤ ਹੈ ਟਰੈਕ ਜਿਹੜਾ ਹੈ। ਤਾਂ ਉਹ ਕੀ ਹੈਗਾ ਕਿ ਉਸ ਦੇ ਵਿੱਚ ਨਾ ਇੱਕ ਉਹਨਾਂ ਨੇ ਸਟ੍ਰਿਪ ਬਣਾਈ ਹੋਈ ਹੈ ਵੱਡੀਆਂ ਲੰਬੀਆਂ ਜੀ ਤਕਰੀਬਨ ਜਿਵੇਂ 40 ਮੀਟਰ ਦੀ ਕਹਿ ਲਓ 45 ਮੀਟਰ ਤੱਕ ਦੀ ਉਹ ਲਿਆਉਂਦੇ ਨੇ ਥੱਲੇ ਗਰਾਊਂਡ ਬਣਾ ਕੇ ਉਸ ਦੇ ਉੱਪਰ ਉਹ ਸਟ੍ਰਿਪ ਜਿਹੜੀ ਆ ਉਹ ਪੇਸਟ ਕਰ ਦਿੱਤੀ ਜਾਂਦੀ ਹੈ ਜੀ ਤਕਰੀਬਨ ਉਹ 1 ਇੰਚ ਮੋਟੀ ਹੁੰਦੀ ਹੈ। ਜੀ ਤਾਂ ਉਹੋ ਜਿਹੀਆਂ ਜਿਹੜੀਆਂ ਮਾਡਰਨ ਫੈਸਿਲਿਟੀਜ਼ ਨੇ ਉਹ ਹਾਲੇ ਸਾਡੇ ਹਿੰਦੁਸਤਾਨ ਦੇ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਘਾਟ ਹੈ। ਜੀ ਮੈਂ ਬਲਕਿ ਸਰਕਾਰ ਨੂੰ ਤੁਹਾਡੇ ਮਾਧਿਅਮ ਦੇ ਉੱਤੇ ਬੇਨਤੀ ਕਰੂੰਗਾ ਕਿ ਵੀ ਅਸੀਂ ਰਾਜਨੀਤੀ ਛੱਡ ਕੇ ਜੀ ਅਸੀਂ ਮਤਲਬ ਲੋਕਾਂ ਦੀ ਭਲਾਈ ਵਾਸਤੇ ਕੰਮ ਕਰੀਏ ਜੀ ਨਾ ਕਿ ਅਸੀਂ ਹਰ ਇੱਕ ਫੀਲਡ ਦੇ ਵਿੱਚ ਰਾਜਨੀਤੀ ਕਰੀਏ। ਜੀ ਕਿਉਂਕਿ ਖੇਡਾਂ ਦੇ ਵਿੱਚ ਵੀ ਜਦੋਂ ਸਾਹਿਬ ਮਿਲਖਾ ਸਿੰਘ ਭੱਜਦੇ ਸੀ ਜਾਂ ਇਹਨਾਂ ਤੋਂ ਪਹਿਲਾਂ ਹਾਕੀ ਦੇ ਵਿੱਚ ਟੀਮ ਜਾਂਦੀ ਸੀ ਜੀ ਤਾਂ ਕਿਸੇ ਟਾਈਮ ਤੇ ਪੂਰੀ ਦੀ ਪੂਰੀ ਹਾਕੀ ਦੀ ਟੀਮ ਹੀ ਪੰਜਾਬੀਆਂ ਦੀ ਹੁੰਦੀ ਸੀ। ਜੀ ਤਾਂ ਲੇਕਿਨ ਅੱਜ ਕੱਲ੍ਹ ਜਿਹੜੀ ਹੈ ਰਾਜਨੀਤਿਕ ਸਾਂਝ ਕਰਕੇ ਜੋ ਚੱਲ ਰਿਹਾ ਹੈ ਜੀ ਉਹਦੇ ਕਰਕੇ ਸਾਨੂੰ ਕਿਤੇ ਨਾ ਕਿਤੇ ਅਸੀਂ ਇਹ ਸੋਚਣ 'ਤੇ ਮਜਬੂਰ ਹੁੰਦੇ ਹਾਂ ਕਿ ਹਰ ਇੱਕ ਗੇਮ ਦੇ ਵਿੱਚ ਰਾਜਨੀਤੀ ਵੜ ਗਈ ਹੈ। ਜੀ ਸੋ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਨੂੰ ਹੰਬਲਾ ਮਾਰਨਾ ਚਾਹੀਦਾ। ਪ੍ਰਾਇਮਰੀ ਸਕੂਲਾਂ ਦੇ ਵਿੱਚ ਗਵਰਨਮੈਂਟ ਨੂੰ ਚਾਹੀਦਾ ਕਿ ਇੱਕ ਕਾਨੂੰਨ ਬਣਾਵੇ ਜੀ ਕਿ ਕੋਈ ਵੀ ਪ੍ਰਾਇਮਰੀ ਸਕੂਲ ਖੁੱਲ੍ਹੇ ਤਾਂ ਉਸ ਦੇ ਨਾਲ ਇੰਨੇ ਏਕੜ ਜਗ੍ਹਾ ਜ਼ਰੂਰ ਚਾਹੀਦੀ ਆ ਖੇਡਾਂ ਦੇ ਲਈ। ਜੀ ਜਾਂ ਫਿਰ ਗਵਰਨਮੈਂਟ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਨੂੰ ਆਪ ਮੁਹੱਈਆ ਕਰਾਵੇ ਜੀ ਜਿੱਥੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਖੇਡਣ ਦਾ ਮੌਕਾ ਮਿਲੇ। ਇੱਕ ਟ੍ਰੇਨਿੰਗ ਏਜ ਜਿਸ ਨੂੰ ਅਸੀਂ ਕਹਿੰਦੇ ਹਾਂ ਜੀ ਬੱਚਾ ਜਦੋਂ ਖੇਡ ਨੂੰ ਸ਼ੁਰੂ ਕਰਦਾ ਹੈ ਜੀ ਉਸ ਤੋਂ ਲੈ ਕੇ ਅਸੀਂ ਉਸ ਨੂੰ ਟ੍ਰੇਨਿੰਗ ਏਜ ਕਹਿੰਦੇ ਹਾਂ ਜੀ ਉਸ ਦੀ ਕਿੰਨੀ ਟ੍ਰੇਨਿੰਗ ਏਜ ਹੋਗੀ। ਜੀ ਤਾਂ ਹੁਣ ਜਿਹੜੇ ਆ ਯੂਸਾਈਨ ਬੋਲਟ ਹੈ ਜਾਂ ਹੋਰ ਇੰਟਰਨੈਸ਼ਨਲ ਓਲੰਪੀਅਨ ਹੁੰਦੇ ਨੇ ਜੀ ਇਹ ਤਾਂ 15 16 20 ਸਾਲ ਤੱਕ ਦੀ ਜਿਹੜੀ ਹੈਗੀ ਆ ਇਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਫਿਰ ਜਾ ਕੇ ਉਹ ਓਲੰਪਿਕ ਲੈਵਲ ਤੱਕ ਪਹੁੰਚਦੇ ਨੇ। ਜੀ ਤਾਂ ਅਸੀਂ ਸ਼ੁਰੂਆਤ ਹੀ ਕਰ ਜਾ ਕੇ 13-14 ਸਾਲ ਦੇ ਬੱਚੇ ਦੀ ਕਰਦੇ ਹਾਂ ਜੀ 12-13 ਸਾਲ ਤੋਂ। ਜੀ ਲੇਕਿਨ ਅਸੀਂ ਸਾਡੇ ਕੋਲ ਨੌਕਰੀਆਂ ਦੀ ਘਾਟ ਹੋਣ ਕਾਰਨ ਜਦੋਂ ਬੱਚਾ ਇੰਟਰਨੈਸ਼ਨਲ ਲੈਵਲ 'ਤੇ ਜਾਂ ਜਾਂਦਾ ਹੈ ਜਾਂ ਉਸ ਤੋਂ ਨੈਸ਼ਨਲ ਲੈਵਲ 'ਤੇ ਤਾਂ ਉਸ ਨੂੰ ਨੌਕਰੀ ਜਿਹੜੀ ਹੈ ਜਦੋਂ ਮਿਲ ਜਾਂਦੀ ਹੈ ਜੀ ਉਸ ਦੀ ਇੱਕੋ ਇੱਕ ਦਿਮਾਗ ਦੇ ਵਿੱਚ ਵੜਿਆ ਹੁੰਦਾ ਹੈ ਜੀ ਕਿ ਵੀ ਮੈਨੂੰ ਨੌਕਰੀ ਮਿਲ ਗਈ ਹੈ ਜੀ ਔਰ ਮੈਂ ਤਾਂ ਹੁਣ ਆਪਣੇ ਮਹਿਕਮੇ ਲਈ 2-3 ਸਾਲ ਜੋ ਉਹ ਕਰੂੰਗਾ ਸਪੋਰਟਸ ਜੀ ਉਸ ਤੋਂ ਬਾਅਦ ਵਿਆਹ ਕਰਾ ਲੈਂਦਾ ਤੇ ਫਿਰ ਜਿਹੜਾ ਸੀਗਾ ਸਪੋਰਟਸ ਨੂੰ ਮੱਥਾ ਟੇਕ ਦਿੱਤਾ ਜਾਂਦਾ। ਜੀ ਲੇਕਿਨ ਸਾਡੇ ਵਿੱਚ ਇਹ ਭਾਵਨਾ ਨਹੀਂ ਹੋਣੀ ਚਾਹੀਦੀ। ਜੀ ਗਵਰਨਮੈਂਟ ਨੂੰ ਚਾਹੀਦਾ ਕਿ ਇਹਨਾਂ ਬੱਚਿਆਂ ਨੂੰ ਜਿਹੜੇ ਹੈਗੇ ਨੇ ਉਹਨਾਂ ਵਾਸਤੇ ਨੌਕਰੀਆਂ ਜਿਹੜੀਆਂ ਨੇ ਉਹਨਾਂ ਦੀ ਪਹਿਲਤਾ ਦੇ ਆਧਾਰ ਦੇ ਉੱਤੇ ਰੱਖੇ ਜਾਣ ਤਾਂ ਜੋ ਬੱਚੇ ਕੋਲ ਆਪਣੀ ਡਾਈਟ ਲੈਣ ਵਾਸਤੇ ਇੰਨਾ ਕੁ ਪੈਸਾ ਹੋਵੇ ਕਿ ਬੱਚਾ ਜਿਹੜਾ ਹੈਗਾ ਆਪਣੀ ਡਾਈਟ ਖਾ ਕੇ ਜੀ ਔਰ ਟ੍ਰੇਨਿੰਗ ਕਰਕੇ ਅੱਗੇ ਵੱਧ ਸਕੇ। ਜੀ ਜਸਵੀਰ ਸਿੰਘ ਜੀ ਜਿੱਦਾਂ ਤੁਸੀਂ ਆਪ ਵੀ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੱਕ ਗਏ ਹੋ ਖੇਡੇ ਹੋ ਜਾਂ ਖਿਡਾਏ ਹੋ ਤੁਸੀਂ ਬੱਚਿਆਂ ਨੂੰ ਤੁਸੀਂ ਬੇਬੇ ਮਾਨ ਕੌਰ ਵਰਗਿਆਂ ਦਾ ਵੀ ਸਾਥ ਤੁਹਾਨੂੰ ਨਿੱਘ ਮਿਲਿਆ ਹੈ ਕਿਉਂਕਿ ਜਿਹੜੀਆਂ 100 ਸਾਲ ਦੀ ਉਮਰ ਦੇ ਵਿੱਚ ਵੀ ਅੱਛੇ ਦੌੜਾਕ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਆਪਣੇ ਸਾਰੇ ਸਫ਼ਰ ਦੇ ਵਿੱਚੋਂ ਸਾਡੇ ਜਿਹੜੇ ਨਵੇਂ ਬੱਚੇ ਨੇ ਉਹਨਾਂ ਨੂੰ ਕੁਝ ਅਪੀਲ ਕਰੋ ਕਿ ਉਹ ਖੇਡਾਂ ਨਾਲ ਜੁੜੋ ਤਾਂ ਕਿ ਤੁਹਾਡੇ ਮਾਧਿਅਮ ਨਾਲ ਉਹਨਾਂ ਬੱਚਿਆਂ ਨੂੰ ਵੀ ਕੁਝ ਹੌਸਲਾ ਅਫਜ਼ਾਈ ਹੋ ਸਕੇ। ਦੇਖੋ ਮੈਂ ਤਾਂ ਸਾਰੇ ਹੀ ਜਿਹੜੇ ਮਾਪੇ ਨੇ ਔਰ ਬੱਚੇ ਨੇ ਉਹਨਾਂ ਨੂੰ ਅਪੀਲ ਕਰੂੰਗਾ ਕਿ ਭਾਈ ਜਿਹੜੀ ਬੇਬੇ ਮਾਨ ਕੌਰ ਵਰਗਿਆਂ ਨੂੰ ਆਪਣੇ ਸਰਦਾਰ ਫੌਜਾ ਸਿੰਘ ਦੇ ਵਰਗਿਆਂ ਤੋਂ
ਸਰਦਾਰ ਮਿਲਖਾ ਸਿੰਘ ਹੈ, ਇਹਨਾਂ ਤੋਂ ਆਪਣੀ ਸੇਧ ਲਓ, ਨਸ਼ਿਆਂ ਨੂੰ ਛੱਡੋ ਔਰ ਪੈਸੇ ਦੀ ਬਰਬਾਦੀ ਨਾ ਕਰੋ, ਵੱਧ ਤੋਂ ਵਧੀਆ ਭੋਜਨ ਖਾਓ ਜੀ ਔਰ ਆਪਣੀ ਸਿਹਤ ਦੀ ਬਿਹਤਰੀ ਲਈ ਗਰਾਊਂਡ ਦੇ ਵਿੱਚ ਜਾਓ। ਜੀ ਜਦੋਂ ਅਸੀਂ ਗਰਾਊਂਡ ਦੇ ਨਾਲ ਜੁੜਾਂਗੇ ਜੀ ਤਾਂ ਉੱਥੋਂ ਕੁਛ ਨਾ ਕੁਛ ਜਿਹੜਾ ਹੈਗਾ ਨਿਕਲ ਕੇ ਸਾਹਮਣੇ ਆਊਗਾ। ਜੇਕਰ ਅਸੀਂ ਕਿਸੇ ਚੀਜ਼ ਦੇ ਵਿੱਚ ਕੋਈ ਚੀਜ਼ ਬਣਾ ਰਹੇ ਹਾਂ ਜੀ ਉਸ ਦੇ ਵਿੱਚ ਕੋਈ ਮਸਾਲਾ ਪਾਵਾਂਗੇ ਤਾਂ ਹੀ ਉਹ ਚੀਜ਼ ਸਵਾਦ ਬਣੇਗੀ ਜੀ, ਉਹ ਤਾਂ ਹੀ ਉਹਦਾ ਆਪਾਂ ਨੂੰ ਟੇਸਟ ਪਤਾ ਲੱਗੂਗਾ ਕਿ ਬਹੁਤ ਵਧੀਆ ਬਣੀ ਹੈ ਜੀ। ਇਸੇ ਤਰ੍ਹਾਂ ਹੀ ਬੱਚੇ ਜੇਕਰ ਗਰਾਊਂਡ ਦੇ ਵਿੱਚ ਜਾਣਗੇ ਜੀ, ਉਹ ਮਿਹਨਤ ਕਰਨਗੇ, ਨਸ਼ਿਆਂ ਨੂੰ ਛੱਡਣਗੇ, ਨਸ਼ਿਆਂ ਤੋਂ ਦੂਰ ਰਹਿਣਗੇ ਜੀ, ਤੇ ਚੰਗੀਆਂ ਆਦਤਾਂ ਸਿੱਖਣਗੇ, ਕਹਿਣਾ ਮੰਨਣ ਦਾ ਉਹਨਾਂ ਨੂੰ ਵਿੱਚ ਬਲ ਬਖਸ਼ੇ ਪਰਮਾਤਮਾ, ਸੋ ਉਹ ਚੰਗੇ ਸ਼ਹਿਰੀ ਬਣ ਸਕਦੇ ਨੇ। ਜੀ। ਸੋ ਪੇਰੈਂਟਸ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਆਪਣੇ ਬੱਚਿਆਂ ਨੂੰ ਗਰਾਊਂਡਾਂ ਨਾਲ ਜੋੜਨ ਜੀ, ਤੇ ਸਰਕਾਰਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਉਹ ਖੇਡਾਂ ਨੂੰ ਵੱਧ ਤੋਂ ਵੱਧ ਪ੍ਰਫੁੱਲਤ ਕਰਨ, ਖੇਡਾਂ ਦੇ ਲਈ ਵੱਧ ਤੋਂ ਵੱਧ ਬਜਟ ਆਪਣੇ ਬਜਟ ਰੱਖਣ ਔਰ ਵਧੀਆ ਤੋਂ ਵਧੀਆ ਸਮਾਨ ਜਿਹੜਾ ਹੈਗਾ ਮੁਹੱਈਆ ਕਰਵਾਉਣ, ਤਾਂ ਕਿ ਜਦੋਂ ਵੀ ਬੱਚਾ ਗਰਾਊਂਡ ਵਿੱਚ ਜਾਵੇ ਤੇ ਉਹ ਸਮਾਨ ਦੇ ਨਾਲ ਖੇਡੇ। ਜੇਕਰ ਆਪਾਂ ਅਸੀਂ ਆਮ ਕਰਕੇ ਪ੍ਰਚਲਿਤ ਅਸੀਂ ਬੱਚਿਆਂ ਨੂੰ ਦੱਸਦੇ ਕਹਿੰਦੇ ਹੁੰਦੇ ਹਾਂ ਗਰਾਊਂਡ ਦੇ ਵਿੱਚ ਇੱਕ ਫੁੱਟਬਾਲ ਰੱਖ ਦਿਓ ਜੀ, ਜਾਂ ਤੁਸੀਂ 10-12 ਫੁੱਟਬਾਲ ਰੱਖ ਦਿਓ ਜੀ, ਤਾਂ ਬੱਚਿਆਂ ਨੂੰ ਕਲਾਸ ਨੂੰ ਕਹੋ ਕਿ ਤੁਸੀਂ ਉਹ ਫੁੱਟਬਾਲ ਦੇ ਕੋਲ ਦੀ ਨਿਕਲ ਕੇ ਜਾਣਾ ਹੈ ਜੀ। ਜਿਹੜਾ ਬੱਚਾ ਤੰਦਰੁਸਤ ਹੋਏਗਾ ਉਹ ਬੱਚਾ ਉਹਨਾਂ ਫੁੱਟਬਾਲ ਨੂੰ ਜ਼ਰੂਰ ਕਿੱਕ ਮਾਰ ਕੇ ਜਾਊਗਾ। ਜਿਹੜਾ ਬੱਚਾ ਤੰਦਰੁਸਤ ਨਹੀਂ ਹੋਏਗਾ ਉਹ ਬੱਚਾ ਫੁੱਟਬਾਲ ਦੇ ਨੇੜੇ ਵੀ ਨਹੀਂ ਜਾਊਗਾ ਜੀ। ਸੋ ਇਸ ਕਰਕੇ ਮੇਰੀ ਸਾਰਿਆਂ ਅੱਗੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਤੰਦਰੁਸਤ ਬਣਾਓ ਤਾਂ ਕਿ ਉਹ ਵੱਡੇ ਹੋ ਕੇ ਤੁਹਾਡਾ ਨਾਮ, ਆਪਣੇ ਸੂਬੇ ਦਾ ਨਾਮ ਔਰ ਆਪਣੇ ਦੇਸ਼ ਦਾ ਨਾਮ ਜਿਹੜਾ ਹੈਗਾ ਉਹ ਵਰਲਡ ਦੇ ਨਕਸ਼ੇ 'ਤੇ ਲੈ ਕੇ ਜਾਣ। ਸੋ ਮੈਨੂੰ ਬਹੁਤ ਹੀ ਉਮੀਦ ਹੈ ਅੱਗੇ ਨਾਲੋਂ ਸਾਡੀ ਪਰਫਾਰਮੈਂਸ ਬਹੁਤ ਵਧੀਆ ਹੈ ਜੀ, ਬਹੁਤ ਵਧੀਆ ਹੈ। ਸਾਡੇ ਕੋਲ ਨੀਰਜ ਚੋਪੜਾ ਹੈ ਜੈਵਲਿਨ ਥਰੋਅਰ ਜੀ, ਉਹਦੇ ਤੋਂ ਬਹੁਤ ਉਮੀਦਾਂ ਕੀਤੀਆਂ ਜਾ ਸਕਦੀਆਂ ਨੇ ਔਰ ਕਮਲਪ੍ਰੀਤ ਕੌਰ ਹੈ ਜੀ, ਤੇਜਿੰਦਰ ਤੂਰ ਹੈ। ਅਸੀਂ ਇਹਨਾਂ ਤੋਂ ਆਉਣ ਵਾਲੇ ਓਲੰਪਿਕਸ ਦੇ ਵਿੱਚ ਜੋ ਕਿ ਟੋਕੀਓ ਵਿੱਚ ਹੋਣ ਜਾ ਰਹੀਆਂ ਨੇ ਉਸ ਦੇ ਵਿੱਚ ਮੈਡਲ ਦੀ ਹੋਪ ਰੱਖਦੇ ਹਾਂ। ਸਾਰਾ ਹਿੰਦੁਸਤਾਨ ਇਹਨਾਂ ਵੱਲ ਨੂੰ ਦੇਖ ਰਿਹਾ ਹੈ ਜੀ। ਹਾਕੀ ਦੇ ਵਿੱਚ ਤਾਂ ਸਾਡੀ ਨੈਸ਼ਨਲ ਖੇਡ ਹੈ ਜੀ। ਬਾਕੀ ਖੇਡਾਂ ਦੇ ਵਿੱਚ ਜਿਵੇਂ ਰੈਸਲਿੰਗ ਹੈ ਜੀ, ਬਾਕਸਿੰਗ ਹੈ ਜੀ, ਇਹਨਾਂ ਦੇ ਵਿੱਚ ਸ਼ੂਟਿੰਗ ਹੈ ਜੀ, ਤਾਂ ਹਿੰਦੁਸਤਾਨ ਬਹੁਤ ਵਧੀਆ ਕਾਰਗੁਜ਼ਾਰੀ ਦਿਖਾ ਰਿਹਾ ਹੈ ਜੀ। ਸੋ ਸਾਡੀ ਦਿਲੀ ਤਮੰਨਾ ਹੈ ਕਿ ਸਾਡੇ ਪੰਜਾਬੀ ਬੱਚੇ, ਸਾਡੇ ਹਿੰਦੁਸਤਾਨੀ ਬੱਚੇ ਸਾਰੇ ਹੀ ਓਲੰਪਿਕਸ ਦੇ ਵਿੱਚ ਜਾ ਕੇ ਤੇ ਹਿੰਦੁਸਤਾਨ ਦਾ ਨਾਮ ਚਮਕਾਉਣ। ਜਿਸ ਤਰ੍ਹਾਂ ਡਾਕਟਰ ਜਸਵੀਰ ਜੀ ਨੇ ਦੱਸਿਆ ਕਿ ਸਰਦਾਰ ਫੌਜਾ ਸਿੰਘ, ਬੇਬੇ ਮਾਨ ਕੌਰ ਤੇ ਕਈ ਅਜਿਹੇ ਸ਼ਖਸ ਜਿਹੜੇ ਉਮਰ ਨਹੀਂ ਦੇਖਦੇ, ਆਪਣੀ ਸਿਹਤ ਦੇਖਦੇ ਨੇ। ਸੋ ਅਸੀਂ ਵੀ ਦਰਸ਼ਕਾਂ ਨੂੰ ਅਪੀਲ ਕਰਾਂਗੇ ਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਜਿਹੜੀਆਂ ਤੁਸੀਂ ਦੇਖਿਆ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਕਿਉਂਕਿ ਬਹੁਤ ਕੁਝ ਸਿੱਖਣ ਨੂੰ ਮਿਲਦਾ ਅਜਿਹੇ ਕੋਚਾਂ ਤੋਂ, ਕਿਉਂਕਿ ਇਹ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੁੰਦੇ। ਇਹ ਖੁਦ ਇੱਕ ਖਿਡਾਰੀ ਨਹੀਂ, ਇੱਕ ਖੁਦ ਪੂਰਾ ਗਰਾਊਂਡ ਨੇ ਜਿਨ੍ਹਾਂ ਤੋਂ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ। ਸੋ ਅੰਤ ਦੇ ਵਿੱਚ ਜਸਵੀਰ ਸਿੰਘ ਜੀ, ਇਸ ਸਾਰੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਸ਼ਮੂਲੀਅਤ ਲਈ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਜੀ। ਜੀ।